ये किसानी जित या सियासी जित? ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਕਿਸਾਨ ਲੀਡਰ ਲੜ ਰਹੇ ਨੇ, ਲੇਕਿਨ 34 ਸੀਟਾਂ ਦਾ ਕੁਝ ਨਹੀਂ ਬਣਨਾ। ਜੇ ਕਿਸੇ ਦੀ ਗੋਦੀ 'ਚ ਬੈਠੋਗੇ ਤਾਂ ਲੱਖ ਲੜਨ ਤਾਂ ਤੁਹਾਡੇ ਤਾਂ ਜਿਉਂਦੇ ਮਰ ਜਿਓ। ਕਿਸਾਨ ਜਿਹੜੇ ਆਗੂ ਸੀਗੇ, ਸੋ ਕਾਲਡ ਆਗੂ, ਜਿਹੜੇ ਸਮਝਦੇ ਨੇ ਕਿ ਅੰਦੋਲਨ ਅਸੀਂ ਚਲਾਇਆ, ਅੰਦੋਲਨ ਲੋਕਾਂ ਨੇ ਚਲਾਇਆ, ਅੰਦੋਲਨ ਰੱਬ ਨੇ ਚਲਾਇਆ, ਅੰਦੋਲਨ ਪੰਜਾਬ ਦੀ ਜਵਾਨੀ ਨੇ ਚਲਾਇਆ। ਇਸ ਕਰਕੇ ਟਿਕਟਾਂ ਪੰਜਾਬ ਦੀ ਜਵਾਨੀ ਨੂੰ ਮਿਲਣੀਆਂ ਚਾਹੀਦੀਆਂ। ਖਬਰਾਂ ਨੇ ਕਿ ਯੋਗਰਾਜ ਸਿੰਘ ਜੀ ਸਿਆਸਤ ਦੇ ਵਿੱਚ ਪੈਰ ਧਰਨ ਜਾ ਰਹੇ ਨੇ। ਇਫ ਇਟ ਕਮਸ ਮਾਈ ਵੇ ਆਈਲ ਐਕਸੈਪਟ ਇਟ। ਕਿ ਰਹਿਣਾ ਨਵਜੋਤ ਸਿੰਘ ਸਿੱਧੂ ਦੇ ਨਾਲ, ਮਰਨਾ ਇਹਦੇ ਨਾਲ ਹੈ ਤੇ ਜੀਣਾ ਇਹਦੇ ਨਾਲ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਬਾਈ ਦਾ ਅਖਾੜਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਖਾਸ ਸੀਰੀਜ਼ ਦੇ ਵਿੱਚ ਵੈਸੇ ਤਾਂ ਅਸੀਂ ਮੋਸਟਲੀ ਸਿਆਸਤਦਾਨਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ, ਬਟ ਅੱਜ ਮੈਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਜੋ ਇੱਕ ਸਿਆਸਤਦਾਨ ਵੀ ਨੇ, ਇੱਕ ਆਮ ਵੀ ਨੇ, ਇੱਕ ਕ੍ਰਿਕਟਰ ਵੀ ਨੇ, ਇੱਕ ਆਰਟਿਸਟ ਵੀ ਨੇ, ਇੱਕ ਬਹੁਤ ਅੱਛੇ ਅਦਾਕਾਰ ਵੀ ਨੇ, ਔਰ ਜਾਂ ਕਹਿ ਲਓ ਇੱਕ ਬੇਬਾਕ ਇਨਸਾਨ ਨੇ, ਅਜਿਹੇ ਜੋ ਹਰ ਲੜਾਈ ਦੇ ਲਈ, ਹਰ ਮੁੱਦੇ ਲਈ ਬੇਬਾਕ ਹੋ ਕੇ ਬਿਲਕੁਲ ਸਾਹਮਣੇ ਬੋਲਦੇ ਨੇ। ਸੋ ਮੇਰੀ ਮੁਰਾਦ ਹੈ ਯੋਗਰਾਜ ਸਿੰਘ ਜੀ ਨੂੰ। ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਤੇ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਸਭ ਤੋਂ ਪਹਿਲਾਂ ਤਾਂ ਤਬੀਅਤ ਠੀਕ ਹੈ? ਬਿਲਕੁਲ ਠੀਕ ਹੈ, ਹੁਣ ਚੰਗੀ ਰਹਿੰਦੀ ਹੈ ਸਿਹਤ? ਉਹ ਕਹਿੰਦੇ ਪੁਰਾਣੀ ਕਹਾਵਤ ਹੈ ਵੀ ਜਦ ਤੱਕ ਸਾਹ ਚੱਲਦਾ ਤਦ ਤੱਕ ਠੀਕ ਹੈ, ਜਦੋਂ ਇਹ ਬੰਦ ਹੋ ਗਿਆ ਉਦੋਂ ਕੰਮ ਖਤਮ ਹੋ ਜੂ। ਬਟ ਸਿੰਸ ਯੂ ਆਸਕਡ ਤਾਂ ਠੀਕ ਹੈ, ਮੈਂ ਆਪਣੇ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਬਹੁਤ ਸਾਰੇ ਕੰਮ ਕਰਨੇ ਪੈਂਦੇ ਨੇ, ਬਹੁਤ ਸਾਰੇ ਡਾਇਮੈਂਸ਼ਨਸ ਨੇ ਜ਼ਿੰਦਗੀ ਦੇ, ਸੋ ਉਹਦੇ ਲਈ ਫਿਟਨੈਸ ਬਹੁਤ ਜ਼ਰੂਰੀ ਹੈ। ਅਸੀਂ ਸਾਰਿਆਂ ਨੂੰ ਪਤਾ ਕਿ ਯੋਗਰਾਜ ਸਿੰਘ ਜੀ ਕੌਣ ਨੇ, ਉਹਨਾਂ ਦਾ ਕੈਰੀਅਰ ਕਿੱਥੋਂ ਸ਼ੁਰੂ ਹੋਇਆ, ਕ੍ਰਿਕਟ ਦਾ ਕਿਸ ਤਰੀਕੇ ਦੇ ਨਾਲ ਰਿਹਾ, ਅਦਾਕਾਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ। ਅਸੀਂ ਅੱਜ ਉਹ ਗੱਲਾਂ ਨਹੀਂ ਕਰਾਂਗੇ, ਅੱਜ ਅਸੀਂ ਵੱਖਰੀਆਂ ਗੱਲਾਂ ਕਰਾਂਗੇ। ਕਿਸਾਨੀ ਅੰਦੋਲਨ, ਪਹਿਲਾਂ ਉਸ ਦੇ ਬਾਰੇ ਜ਼ਿਕਰ ਕਰਦੇ ਹਾਂ। ਹਾਲ ਹੀ ਦੇ ਵਿੱਚ ਉੱਠਿਆ, ਪੰਜਾਬ ਤੋਂ ਉੱਠਿਆ, ਦਿੱਲੀ ਦੀ ਸਰਹੱਦਾਂ ਤੱਕ ਗਿਆ, ਹਾਕਰਮਾਨਾਂ ਨੂੰ ਕਿਸ ਤਰੀਕੇ ਦੇ ਨਾਲ ਝੁਕਾਇਆ ਗਿਆ, ਪੰਜਾਬ ਦੇ ਸਾਰੇ ਆਰਟਿਸਟ ਨੇ ਵੱਧ ਚੜ ਕੇ ਉੱਥੇ ਆਪਣਾ ਹਿੱਸਾ ਵੀ ਪਾਇਆ। ਤੁਸੀਂ ਉਸ ਅੰਦੋਲਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਹੁਣ ਅੰਦੋਲਨ ਤੋਂ ਬਾਅਦ ਇੱਕ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ, ਯਾਨੀ ਕਿ ਇਹ ਕਿਸਾਨੀ ਜਿੱਤ ਜਾਂ ਸਿਆਸੀ ਜਿੱਤ। ਮੈਂ ਬੇਟਾ ਇਸ ਚੀਜ਼ ਦਾ ਮੈਨੂੰ ਬਿਲਕੁਲ ਇਲਮ ਵੀ ਨਹੀਂ ਸੀ। ਜਿਹੜੀ ਗੱਲ ਤੁਸੀਂ ਕੀਤੀ, ਕਿਸਾਨ ਦੇ ਅੰਦੋਲਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮੈਂ ਅਕਸਰ ਮੇਰੀ ਜ਼ਿੰਦਗੀ, ਮੇਰੀ ਪੈਦਾਇਸ਼, ਮੈਂ ਤਾਂ ਤੁਹਾਨੂੰ ਇਹ ਗੱਲ ਦੱਸ ਰਿਹਾ ਤਾਂ ਕਿ ਸਮਝ ਆ ਜਾਏ ਤੁਹਾਨੂੰ ਵੀ, ਸਾਰਿਆਂ ਨੂੰ, ਸਿੰਸ ਯੂ ਆਸਕ ਮੀ ਕੁਐਸਚਨ। ਮੇਰਾ ਜਨਮ ਹੋਇਆ ਤਾਂ ਸੰਤ ਈਸਰ ਸਿੰਘ ਮਹਾਰਾਜ ਰਾੜੇ ਵਾਲੇ ਸੰਤਾਂ ਦੀ ਕਿਰਪਾ ਨਾਲ ਹੋਇਆ, ਗੁਰੂ ਘਰ ਦੀ ਕਿਰਪਾ ਨਾਲ ਹੋਇਆ। ਬਾਬਾ ਦੀਪ ਸਿੰਘ ਜੀ ਮੇਰੇ ਪਿਤਾ ਜੀ ਨੇ, ਉਹਨਾਂ ਦੇ ਨਾਲ ਉਹ ਕਹਿੰਦੇ ਸੀ ਵੀ ਸਾਡਾ ਸਿੰਘ ਸ਼ਹੀਦ ਹੋਇਆ ਅਤੇ ਗੁਰੂ ਘਰ ਦਾ ਬੱਚਾ ਹੈ। ਸੋ ਸ਼ੁਰੂ ਤੋਂ ਮੈਂ ਗੁਰੂ ਘਰ ਨਾਲ ਅਟੈਚ ਹਾਂ, ਪੀਰਾਂ ਫਕੀਰਾਂ ਨਾਲ ਅਟੈਚ ਹਾਂ, ਆਪਣੇ ਗੁਰੂ ਘਰ, ਆਪਣੇ ਸ਼ਹੀਦਾਂ ਨਾਲ, ਉਹਨਾਂ ਨਾਲ ਮੇਰੀ ਲਾਈਫ ਹੈ। ਮੇਰੇ ਘਰਦਿਆਂ ਤੋਂ ਵੱਧ ਕੇ ਵੀ ਮੇਰੇ ਲਈ ਸਭ ਕੁਝ ਗੁਰੂ ਘਰ ਹੈ, ਮੇਰੇ ਸ਼ਹੀਦ ਨੇ। ਸੋ ਮੈਂ ਜੋ ਵੀ ਜ਼ਿੰਦਗੀ ਦੇ ਫੈਸਲੇ ਲੈਣੇ ਹੁੰਦੇ ਆ ਉੱਥੇ ਜਾ ਕੇ ਲੈਂਦਾ। ਟਾਲਾ ਸਾਹਿਬ ਮੈਂ ਜਾ ਕੇ, ਬਾਬਾ ਦਰਸ਼ਨ ਸਿੰਘ ਜੀ ਨੇ, ਜਾਂ ਕਦੇ ਅਰਦਾਸ ਕਰਕੇ ਵੀ ਗੁਰੂ ਮਹਾਰਾਜ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ ਹੈ। ਸੋ ਜੋ ਆਵਾਜ਼ ਅੰਦਰ ਆਉਂਦੀ ਹੈ ਮੈਂ ਉੱਦਾਂ ਕਰਦਾ। ਮੈਂ ਬਾਬਾ ਜੀ ਕੋਲ ਗਿਆ ਸੀ ਟਾਲਾ ਸਾਹਿਬ, ਅਤੇ ਦਰਸ਼ਨ ਸਿੰਘ ਜੀ ਬੈਠੇ ਸੀ ਅਤੇ ਮੈਨੂੰ ਕਹਿੰਦੇ ਵੀ ਅੱਜ ਮੈਂ ਤੇਰੇ ਨਾਲ ਇਕੱਲੇ ਨਾਲ ਗੱਲਾਂ ਕਰਨੀਆਂ। ਅਤੇ ਉਹਨਾਂ ਨੇ ਸੰਗਤ ਨੂੰ ਕਿਹਾ ਵੀ ਭਾਈ ਤੁਸੀਂ ਜਰਾ ਮੈਨੂੰ, ਸਾਨੂੰ ਅੱਧਾ ਘੰਟਾ ਸਾਨੂੰ ਸਾਡੇ ਪੁੱਤ ਨਾਲ ਦੇ ਦਿਓ। ਮੈਨੂੰ ਕਹਿਣ ਲੱਗੇ, ਕਹਿੰਦੇ ਮੈਂ ਦਰਬਾਰ ਸਾਹਿਬ ਰੋਜ਼ ਜਾਂਦੇ ਨੇ, ਉੱਥੋਂ ਸਵੇਰੇ ਆਉਂਦੇ ਨੇ, ਫਿਰ ਆ ਕੇ ਸੌ ਜਾਂਦੇ ਨੇ, ਫਿਰ 11 ਵਜੇ ਸੰਗਤਾਂ ਨੂੰ ਮਿਲਦੇ। ਕਹਿੰਦੇ ਬੇਟਾ ਗੁਰੂ ਘਰ ਤੋਂ ਹੁਕਮ ਆਇਆ ਕਿ ਪੰਜਾਬ 'ਤੇ ਬਹੁਤ ਵੱਡੀ ਭੀੜ ਪੈਣ ਵਾਲੀ ਹੈ ਔਰ ਬਹੁਤ ਭਿਆਨਕ ਸਮਾਂ ਆਉਣ ਵਾਲਾ ਹੈ, ਔਰ ਹੁਕਮ ਇਹ ਹੋਇਆ ਕਿ ਤੂੰ ਕਿਸਾਨਾਂ ਦੇ ਨਾਲ ਰਹਿਣਾ। ਹਾਲਾਂਕਿ ਉਦੋਂ ਕਿਸਾਨੀ ਅੰਦੋਲਨ ਕੁਛ ਨਹੀਂ ਸੀ, ਕੋਈ ਗੱਲ ਨਹੀਂ ਸੀ, ਕੋਈ ਬਿੱਲ ਨਹੀਂ ਪਾਸ ਹੋਇਆ ਸੀ, ਅਤੇ ਪੰਜਾਬ ਦੇ ਲੋਕਾਂ ਦੇ ਨਾਲ ਰਹਿਣਾ, ਪੰਜਾਬ ਦੀ ਧਰਤੀ 'ਤੇ ਰਹਿਣਾ, ਤੇ ਤੋਂ ਗੁਰੂ ਘਰ ਨੇ ਬਹੁਤ ਕੰਮ ਲੈਣੇ। ਜਦ ਤੁਸੀਂ ਗੁਰੂ ਘਰ ਦੀ ਗੱਲ ਸੁਣਦੇ ਹੋ ਕਿ ਕੰਮ ਲੈਣੇ ਆ, ਦੈਟ ਮੀਨਸ ਆਪਣੇ ਵਰਗਾ ਗਰੀਬ ਬੱਚਾ, ਆਪਾਂ ਕੀ ਇੰਨੇ ਜੋਗੇ ਵੀ ਆਪਾਂ ਗੁਰੂ ਘਰ ਦੀ ਕੀ ਕਰ ਸਕਦੇ ਹਾਂ। ਪਰ ਉਹ ਜਿਹੜਾ ਹੁਕਮ ਸੀ ਉਹਨਾਂ ਦਾ, ਉਹ ਸੁਣ ਕੇ ਮੈਨੂੰ ਇਹ ਲੱਗਿਆ ਵੀ ਮੈਨੂੰ ਜ਼ਿੰਦਗੀ ਦੇ ਵਿੱਚ, ਮੈਂ ਤਾਂ ਰਿਟਾਇਰ ਹੋਣ ਆਇਆ ਸੀ ਇੱਥੇ, ਕਿ ਮੈਂ ਬਾਬਾ ਜੀ ਹੁਣ ਇੱਥੇ ਰੱਖ ਲਓ, ਮੈਂ ਸਿੰਘਾਂ ਦੀ ਸੇਵਾ ਕਰੂੰ, ਮੈਂ ਸੰਗਤਾਂ ਦੀ ਸੇਵਾ ਕਰੂੰ, ਮੈਂ ਜੁੱਤੇ ਝਾੜਿਆ ਕਰੂੰ, ਮੈਂ ਲੰਗਰ ਦੀ ਸੇਵਾ ਕਰੂੰ।
ਤੇ ਉਹ ਮੈਂ ਤਾਂ ਇਹ ਕਹਿਣ ਗਿਆ ਸੀ ਤੇ ਉਹਨਾਂ ਨੇ ਗਾਹ ਮੈਨੂੰ ਪਰਚਾ ਪਾਤਾ। ਮੈਂ ਬੇਟਾ ਉਹ ਗੱਲ ਸੋਚ ਕੇ ਵਾਪਸ ਆਇਆ ਤੇ ਮੈਨੂੰ ਸਮਝ ਨਹੀਂ ਆਈ। ਮੈਂ ਕਿਹਾ ਵੀ ਅੱਜ ਹੋਇਆ ਕੀ ਹੈ। ਪਹਿਲਾਂ ਤਾਂ ਮੈਨੂੰ ਕਹਿੰਦੇ ਸੀ ਵੀ ਸਿੰਘ ਬਣ ਕੇ ਤਕੜਾ ਹੋ ਜਾ, ਤੈਨੂੰ ਇੱਥੇ ਕੰਮ ਤੇ ਲਾਉਣਾ, ਸੇਵਾ ਲਾਉਣਾ, ਬਥੇਰਾ ਕੁਝ ਕਰ ਲਿਆ ਤੂੰ ਜ਼ਿੰਦਗੀ 'ਚ। ਅੱਜ ਗੁਰੂ ਘਰ ਤੋਂ ਕੋਈ ਹੋਰ ਹੀ ਆਵਾਜ਼ ਆ ਗਈ ਹੈ। ਮੈਂ ਗੱਡੀ ਚਲੇ ਆ ਰਿਹਾ ਸੀ, ਸਡਨਲੀ ਮੈਨੂੰ 3-4 ਪ੍ਰੈਸ ਵਾਲਿਆਂ ਦਾ ਫੋਨ ਆਇਆ ਕਿ ਜੀ ਕੁਛ ਨਾ ਬਿੱਲ ਪਾਸ ਹੋਏ ਹੈ ਕਿਸਾਨੀ ਦੇ, ਔਰ ਉਹ ਬੜੇ ਐਜੀਟੇਸ਼ਨ ਸ਼ੁਰੂ ਹੋ ਗਈ, ਲੋਕ ਖਿਲਾਫ ਹੋ ਗਏ। ਤੇ ਮੇਰੇ ਖੜਕ ਦੇ ਕੇ ਅਜੇ ਮੇਰਾ ਖਿਆਲ ਮੈਂ ਗੱਡੀ 'ਚੋਂ ਸ਼ਾਇਦ ਘੰਟੇ ਦੀ ਡਰਾਈਵ ਅੰਮ੍ਰਿਤਸਰੋਂ ਕੀਤੀ ਹੈ ਤੇ ਇਹ ਗੱਲ ਆਈ ਤੇ ਮੈਂ ਗੱਡੀ ਦੇ ਵਿੱਚੋਂ ਹੀ ਇੱਕ ਵੀਡੀਓ ਬਣਾ ਕੇ ਗਲਤੀ ਵੀ ਦਿਸ ਇਜ਼ ਨਾਟ ਡਨ, ਤੁਸੀਂ ਇਹ ਕਿੱਦਾਂ ਕਰ ਸਕਦੇ ਹੋ, ਮਤਲਬ ਇਸ ਤਰ੍ਹਾਂ ਦੇ ਬਿੱਲ। ਹਾਲਾਂਕਿ ਮੈਂ ਪੜ੍ਹੇ ਨਹੀਂ ਸੀ, ਪਰ ਫਿਰ ਮੈਂ ਸਡਨਲੀ ਸੋਚਿਆ ਵੀ ਬਿਫੋਰ ਮੈਂ ਕੋਈ ਇੰਟਰਵਿਊ ਕਰਾਂ ਮੈਂ ਪੜ੍ਹ ਲਾਂ। ਮੈਂ ਬਿੱਲਸ ਪੜ੍ਹੇ, ਮੇਰਾ ਇੱਕ ਰੰਗ ਆਵੇ ਇੱਕ ਜਾਵੇ ਵੀ ਯਾਰ ਇਹ ਸਾਡੇ ਦੇਸ਼ ਦੇ ਵਿੱਚ ਆ ਤਾਂ ਅੰਗਰੇਜ਼ ਕਰਦੇ ਰਹੇ, ਸਾਡੀ ਗਵਰਨਮੈਂਟ ਕਿਵੇਂ ਕਰ ਸਕਦੀ ਹੈ? ਨਹੀਂ ਕਰ ਸਕਦੀ, ਕਿਉਂਕਿ ਮੇਰੇ ਲਈ ਇਹ ਜ਼ਰੂਰੀ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਕ ਚੇਂਜ ਹੋਣੀ ਚਾਹੀਦੀ ਹੈ। ਇਹ ਬੀਜੇਪੀ ਪਾਰਟੀ ਹੋਵੇ ਜਾਂ ਕੋਈ ਹੋਵੇ, ਇੱਕ ਚੇਂਜ ਹੋਣੀ ਚਾਹੀਦੀ ਹੈ ਔਰ ਚੇਂਜ ਬੜੀ ਅੱਛੀ ਆਈ। ਸਾਡਾ ਨਵਾਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਏ, ਸਾਡੀ ਬੀਜੇਪੀ ਆਈ ਔਰ ਇਹ ਚੇਂਜ ਜ਼ਰੂਰੀ ਇਸ ਕਰਕੇ ਸੀ ਕਿਉਂਕਿ ਇੱਕ ਸਟੈਗਨੈਂਟ ਹੋ ਗਿਆ ਸੀਗਾ ਪਾਰਟੀਸ਼ਨ ਤੋਂ ਬਾਅਦ, ਉਹੀ ਚੱਲਿਆ ਆ ਰਿਹਾ, ਉਹੀ ਹੋ ਰਿਹਾ। ਸੋ ਆਈ ਥਿੰਕ ਇੰਡੀਆ ਨੂੰ ਇੰਪਰੂਵ ਕਰਨ ਵਾਸਤੇ ਕੋਈ ਚੀਜ਼ ਚਾਹੀਦੀ ਸੀ। ਇਹ ਮੇਰੇ ਮਾਈਂਡ 'ਚ ਸੀਗਾ, ਪਰ ਮੇਰੇ ਮਾਈਂਡ 'ਚ ਇਹ ਨਹੀਂ ਸੀ ਵੀ ਆਹ ਕੁਛ ਸਾਡੀ ਸਰਕਾਰ ਆਹ ਕਰੂਗੀ। ਸੋ ਉਸ ਤੋਂ ਬਾਅਦ ਤੁਹਾਡੇ ਵਰਗੇ ਸੱਜਣ ਆ ਗਏ ਤੇ ਮੈਨੂੰ ਜ਼ਿੰਦਗੀ ਦੇ ਵਿੱਚ ਕਿਸੇ ਦਾ ਕੋਈ ਖੌਫ ਨਹੀਂ। ਗੁਰੂ ਮਹਾਰਾਜ ਦੇ ਮੈਂ ਦਰ ਤੋਂ ਉੱਥੋਂ ਡਰਦਾ ਨਹੀਂ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੇ ਜੀ ਮੈਂ ਮੋਗੇ ਅਜੇ ਟੱਪਿਆ ਸੀਗਾ, ਉੱਥੇ ਕਿਸੇ ਨੂੰ ਮਿਲ ਕੇ ਆਉਣਾ ਸੀ ਤੇ ਮੈਂ ਇੰਟਰਵਿਊ ਕਰਤੀ। ਮੈਂ ਇੰਟਰਵਿਊ 'ਚ ਜੋ ਕਹਿਣਾ ਸੀ ਕਹਿਤਾ, ਐਜ਼ ਯੂ ਸੈਡ ਕਿ ਬੇਬਾਕ ਬੋਲਦੇ, ਮੈਂ ਉੱਦਾਂ ਹੀ ਬੋਲਦਾ। ਔਰ ਮੈਂ ਕਿਹਾ ਮੈਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਬੜੇ, ਮੈਂ ਹੀ ਇਜ਼ ਅ ਲਰਨਡ ਮੈਨ ਔਰ ਸਮਥਿੰਗ। ਉਹ ਉੱਥੋਂ ਆਏ ਜਦ MC ਸੀਗੇ, ਉਹਨਾਂ ਨੇ ਸਿਆਸਤ ਨੂੰ ਗਰਾਊਂਡ ਲੈਵਲ ਤੋਂ ਗਰੋ ਹੁੰਦੇ ਦੇਖਿਆ। ਤੇ ਜਿਸ ਬੰਦੇ ਨੇ ਹਿੰਦੁਸਤਾਨ ਦੇ ਵਿੱਚ ਗਰਾਊਂਡ ਲੈਵਲ ਤੇ ਸਿਆਸਤ ਦੇਖੀ ਹੋਵੇ, ਉਹ ਕਦੇ ਵੀ ਜ਼ਿੰਦਗੀ 'ਚ ਇਹੋ ਜਿਹਾ ਡਿਸੀਜ਼ਨ ਲੈ ਨਹੀਂ ਸਕਦਾ। ਔਰ ਮੈਨੂੰ ਸਡਨਲੀ ਇਹ ਲੱਗਿਆ ਕਿ ਇਹ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ। ਉਹ ਇੰਟਰਵਿਊ ਬੜੀ ਵਾਇਰਲ ਹੋ ਗਈ ਜੀ। ਔਰ ਉਹ ਵਾਇਰਲ ਹੁੰਦੇ ਕੀ ਹੋਇਆ ਕਿ ਸਡਨਲੀ ਮੈਨੂੰ ਮੋਗੇ ਇੱਕ ਰੈਲੀ ਸਾਡੀ ਰੱਖੀ ਗਈ ਤੇ ਮੈਨੂੰ ਗੁਰੂ ਘਰ ਤੋਂ ਅਗਲੇ ਦਿਨ ਹੀ ਹੁਕਮ ਆਇਆ ਵੀ ਵਾਪਸ ਆ। ਮੈਂ ਵਾਪਸ ਚਲਾ ਗਿਆ। ਮੈਨੂੰ ਬਾਬਾ ਜੀ ਕਹਿੰਦੇ ਮੈਂ ਦੁਬਾਰਾ ਤੈਨੂੰ ਕਹਿ ਰਿਹਾ ਕਿਸਾਨਾਂ ਦੇ ਨਾਲ ਖੜਨਾ। ਮੈਂ ਕਿਹਾ ਬਾਬਾ ਜੀ ਜੋ ਹੁਕਮ। ਕਹਿੰਦੇ ਤੇਰਾ ਸੀਸ ਵੀ ਘਟ ਜਾਣਾ ਤਾਂ ਵੀ ਕੋਈ ਪਰਵਾਹ ਨਹੀਂ, ਗੋਲੀ ਵੀ ਚੱਲੇ ਤੇ ਛਾਤੀ 'ਚ ਗੋਲੀ ਪਹਿਲਾਂ ਤੂੰ ਖਾਣੀ। ਮੈਂ ਕਿਹਾ ਜੀ ਜੋ ਹੁਕਮ। ਉਹ ਮੈਨੂੰ ਨਾਲ ਦੇ ਉਹਨਾਂ ਨੇ ਕਿਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਕੱਢ ਕੇ ਲਿਆ। ਮੈਂ ਤੁਹਾਨੂੰ 2 ਡਾਇਮੈਂਸ਼ਨਸ ਇਕੱਠੀਆਂ ਦੱਸ ਰਿਹਾ, ਠੀਕ ਹੈ, ਥੋੜਾ ਲੰਬਾ ਹੋ ਜਾਏਗਾ ਬਟ ਦੈਨ ਯੂ ਕੈਨ ਆਸਕ ਕੁਐਸਚਨਸ। ਮੈਂ ਕਿਹਾ ਜੀ ਜੋ ਹੁਕਮ। ਮੈਂ ਨਵਜੋਤ ਨੂੰ ਫੋਨ ਕੀਤਾ ਤੇ ਸ਼ੈਰੀ ਨੇ ਮੈਨੂੰ ਕਿਹਾ ਕਿ ਯੋਗ ਭਾ ਆਈ ਸੌ ਯੂ ਇਨ ਦੀ ਗੋਲਡਨ ਟੈਂਪਲ। ਮੈਂ ਕਿਹਾ ਕੀ? ਕਹਿੰਦਾ ਆਈ ਸੌ ਯੂ ਇਨ ਦੀ ਗੋਲਡਨ ਟੈਂਪਲ। ਔਰ ਮੈਨੂੰ ਇਸ ਤਰ੍ਹਾਂ ਜਿਵੇਂ ਗੁਰੂ ਇਹ ਕਹਿ ਰਿਹਾ ਹੋਵੇ ਕਿ ਯੂ ਵਾਕ ਅੰਡਰ ਹਿਜ਼ ਅੰਬਰੈਲਾ। ਮੈਂ ਕਿਹਾ ਬੇਟਾ ਮੈਂ ਤੈਨੂੰ ਇਹ ਗੱਲ ਕਹਿਣ ਆਇਆ ਵੀ ਆਪਾਂ ਨੂੰ ਕੁਛ ਕਰਨਾ ਚਾਹੀਦਾ। ਗੁਰੂ ਘਰ ਤੋਂ ਹੁਕਮ ਹੋਇਆ। ਉਹ ਕਹਿੰਦਾ ਯੋਗ ਭਾ ਦੱਸੋ ਕਰਨਾ ਕੀ ਹੈ? ਮੈਂ ਕਿਹਾ ਤੂੰ ਦੱਸ। ਕਹਿੰਦਾ ਰੈਲੀ ਰੱਖੋ ਮੈਂ ਆ ਰਿਹਾ। ਮੈਂ ਮੋਗੇ ਰੈਲੀ ਫਿਕਸ ਕਰਤੀ। ਮੋਗੇ ਰੈਲੀ ਫਿਕਸ ਹੋਣ ਤੋਂ ਬਾਅਦ 3 ਤਰੀਕ ਦੀ 3 ਨਵੰਬਰ ਜਾਂ 3 ਅਕਤੂਬਰ ਦੀ ਸ਼ਾਇਦ ਕੋਈ ਗੱਲ ਆਈ ਸਰ, ਆਈ ਡੋਂਟ ਨੋ, ਮੈਂ ਭੁੱਲ ਗਿਆ, 2 ਸਾਲ ਹੋ ਹੀ ਗਏ। ਤੇ ਉਹਨਾਂ ਨੇ ਆਉਣਾ ਸੀਗਾ, ਉੱਥੇ ਰੈਲੀ 'ਚ ਆਉਣਾ ਸੀਗਾ ਤੇ ਪਰ ਮੈਂ ਕਿਸੇ ਨੂੰ ਦੱਸਿਆ ਨਹੀਂ ਵੀ ਉਹਨਾਂ ਨੇ ਆਉਣਾ। ਔਰ ਮੈਂ ਉਹਨਾਂ ਨਾਲ ਬਾਰ-ਬਾਰ ਇਹ ਗੱਲ ਕਰ ਰਿਹਾ ਸੀ ਵੀ ਆਪਾਂ ਕੁਛ ਕਰੀਏ, ਆਪਾਂ ਕੱਲ੍ਹ ਨੂੰ ਗੁਰੂ ਦੇ ਸਾਹਮਣੇ ਸੁਰਖਰੂ ਹੋਈਏ। ਗੁਰੂ ਦਾ ਹੁਕਮ ਆਇਆ, ਗੁਰੂ ਔਰ ਉਹ ਆਪ ਰੱਬ ਨੂੰ ਇੰਨਾ ਮੰਨਦੇ ਹੈ। ਉਹ ਆਪ ਤੁਸੀਂ ਦੇਖੋ 8-9 ਘੰਟੇ ਪਾਠ ਕਰਦੇ। ਮੈਨੂੰ ਵੀ ਗੁਰੂ ਘਰ ਨੇ ਹੀ ਲਾਇਆ। ਤੇ ਉਸ ਅਸੀਂ ਮੋਗੇ ਰੈਲੀ ਕਰ ਰਹੇ ਸੀ ਤਾਂ ਸੇਮ ਡੇ ਰਾਹੁਲ ਗਾਂਧੀ ਜੀ ਨੇ ਰੈਲੀ ਰੱਖਤੀ। ਤੇ ਮੈਨੂੰ ਨਵਜੋਤ ਜੀ ਕਹਿਣ ਲੱਗੇ ਵੀ ਯੋਗ ਭਾ 2-4 ਦਿਨ ਆਪਾਂ ਅੱਗੇ ਪਿੱਛੇ ਕਰ ਸਕਦੇ ਹਾਂ। ਤਾਂ ਮੈਂ ਕਿਹਾ ਬੇਟਾ ਕਰ ਤਾਂ ਦਿਆਂਗੇ ਪਰ ਮੈਂ ਪੁੱਛ ਕੇ ਦੱਸਦਾ। ਮੈਂ ਫੋਨ ਕੀਤਾ, ਉਹ ਕਹਿੰਦੇ ਹੁਣ ਤਾਂ ਪੋਸਟਰ ਪਾਸ ਸਾਰੇ ਛਪਾਤੇ ਸੀ, ਹੁਣ ਤਾਂ ਹੋ ਨਹੀਂ ਸਕਦਾ। ਮੈਂ ਕਿਹਾ ਇਟਸ ਨਾਟ ਪੋਸੀਬਲ ਬਟ ਯੂ ਕੈਰੀ ਔਨ ਬਿਕੋਜ਼ ਉਹ ਤੁਹਾਡੇ ਲੀਡਰ ਨੇ ਔਰ ਯੂ ਸ਼ੁੱਡ ਗੋ ਦੇਅਰ। ਔਰ ਮੈਂ ਕਿਹਾ ਕੋਈ ਗੱਲ ਨਹੀਂ, ਜੇ ਵਿੱਚੋਂ ਟਾਈਮ ਮਿਲਿਆ ਤੁਸੀਂ ਆ ਜਾਓ। ਉਹ ਟਰੈਕਟਰ ਟਰੂਕਟਰ ਜੋ ਵੀ ਹੋਇਆ ਤੁਹਾਨੂੰ ਸਾਰਾ ਪਤਾ, ਉਸ ਦਿਨ ਜੋ ਕੁਛ ਵੀ ਉੱਥੇ ਬੀਤਿਆ ਹੈ। ਮੇਰਾ ਤਾਂ ਮੈਨੂੰ ਗੁੱਸਾ ਬਹੁਤ ਚੜਿਆ ਵੀ ਦਿਸ ਇਜ਼ ਨਾਟ ਦਾ ਵੇ ਟੂ ਟਰੀਟ ਦਾ ਲੀਡਰ।
ਤੁਸੀਂ ਆਪਣੀ ਪਾਰਟੀ ਦਾ ਐਡਾ ਵੱਡਾ ਲੀਡਰ 18 17 ਸਾਲ ਤੋਂ ਕੰਮ ਕਰ ਰਿਹਾ ਹੈ, ਉਹ ਤੁਸੀਂ ਇੱਦਾਂ ਟ੍ਰੀਟ ਨਹੀਂ ਕਰ ਸਕਦੇ। ਰੰਧਾਵਾ ਸਾਹਿਬ ਨੇ ਜੋ ਦਿਨ ਕੀਤਾ ਮੈਨੂੰ ਬੜਾ ਵੱਟ ਚੜਿਆ, ਬਟ ਐਂਡ ਆਈ ਕਾਲਡ ਹਿਮ, ਮੈਂ ਕਿਹਾ ਮੈਂ ਹੁੰਦਾ ਸ਼ਾਇਦ ਕੁਝ ਹੋਰ ਹੋ ਜਾਂਦਾ ਉੱਥੇ, ਬਟ ਯੂ ਨੋ ਵਾਟ ਹੀ ਸੈਡ ਕਿ ਨਹੀਂ ਮੇਰੇ ਵੱਡੇ ਨੇ, ਇਹਦੀ ਟੀਚਿੰਗ ਹੈ, ਉਹਦੇ ਸੰਸਕਾਰ ਨੇ। ਖੈਰ ਉਹ ਰੈਲੀ ਤਾਂ ਨਹੀਂ ਆ ਸਕੇ, ਪਰ ਉਹ ਰੈਲੀ ਬਹੁਤ ਵੱਡੀ ਹੋ ਗਈ ਬੇਟਾ, ਐਡੀ ਵੱਡੀ ਹੋ ਗਈ ਜਿਹਦੇ ਵਿੱਚ ਮੈਂ ਬਜ਼ੁਰਗ ਬੈਠੇ, ਬਜ਼ੁਰਗਣੀਆਂ ਬੈਠੀਆਂ, ਲੇਕਿਨ ਯੂਥ ਵਾਜ਼ ਮਿਸਿੰਗ। ਕੋਈ ਜਵਾਨ ਮੁੰਡਾ ਨਹੀਂ, 10-12 ਜਵਾਨ ਜਿਹੜੇ ਮੁੰਡੇ ਸੀ ਉਹ ਫੋਨ ਜਾ ਚੱਕ ਕੇ ਪਾਸੇ ਨੂੰ ਜਾ ਰਹੇ ਸੀ, ਬੁੱਢਾ ਪਤਾ ਨਹੀਂ ਕੀ ਬੋਲੀ ਜਾਂਦਾ। ਐਂਡ ਆਈ ਸਪੋਕ ਫॉर ਅਬਾਊਟ 1.5 ਆਵਰ। ਜੋ ਗੁਰੂ ਬੋਲ ਰਿਹਾ ਸੀ ਮੈਨੂੰ ਤਾਂ ਬੋਲਣ ਨਹੀਂ ਆਉਂਦਾ, ਮੈਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਜੋ ਬੋਲ ਰਿਹਾ ਗੁਰੂ ਬੋਲ ਰਿਹਾ, ਮੈਨੂੰ ਸਮਝ ਨਹੀਂ ਕੀ ਬੋਲਣਾ, ਬਟ ਜੋ ਮੂੰਹ 'ਚ ਆ ਰਿਹਾ ਮੈਂ ਬੋਲ ਰਿਹਾ ਕਿਉਂਕਿ ਉਹ ਸੱਚ ਹੈ। ਔਰ ਉਹ ਜਿਹੜੀ ਰੈਲੀ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੋਇਆ। ਮੈਂ ਕਿਹਾ ਜਵਾਨੀ ਕਿੱਧਰ ਹੈ ਬਾਬਿਓ, ਬਜ਼ੁਰਗੋ, ਚਿੱਟੀ ਦਾੜੀ ਤੁਹਾਡੀ, ਚਿੱਟੀ ਮੇਰੀ ਮਾਂ ਮੇਰੀ ਹੈ, ਨਿਆਣੇ ਕਿੱਥੇ ਘਰੇ ਰੱਖੇ ਹੈ? ਕੀ ਸੋਚ ਲਿਆ ਵੀ ਭਗਤ ਸਿੰਘ ਜਿਹੜਾ ਗਵਾਂਢੀਆਂ ਤੇ ਜੰਮੇ ਮੇਰੇ ਨਾਲ ਜੰਮੇ, ਆ ਗੱਲ ਹੈ? ਮੇਰੇ ਮੂੰਹੇ ਵੀ ਗੱਲਾਂ ਨਿਕਲ ਗਈਆਂ। ਤੇ ਮੈਂ ਕਿਹਾ ਲੱਖ ਲਾਣਾ, ਤਾਂ ਮੈਂ ਕਿਹਾ ਤੁਹਾਨੂੰ ਆਪਣੇ ਬੱਚੇ ਨਾਲ ਲਿਆਉਣਾ ਚਾਹੀਦਾ ਸੀ। ਮੈਂ ਉਸ ਰੈਲੀ 'ਚ ਗੱਲ ਕਹੀ ਕਈ ਵਾਰ ਮੈਂ ਬੜੇ ਗੁੱਸੇ 'ਚ ਨਾ ਇਹ ਸੋਚ ਕੇ ਬਾਹਰ ਆਇਆ ਕਿ ਸ਼ਾਇਦ ਮੈਨੂੰ ਇਹ ਲੱਗਿਆ ਕਿ ਸਾਰਾ ਦਾ ਸਾਰਾ ਪੰਜਾਬ ਦੀ ਜਵਾਨੀ ਕੁੜੀਆਂ ਬਾਹਰ ਚਲੀ ਗਈਆਂ। ਐਂਡ ਆਈ ਫੈਲਟ ਵੈਰੀ ਸੈਡ, ਕਿਉਂਕਿ 40 ਸਾਲ ਫਿਲਮਾਂ ਦੇ ਵਿੱਚ ਰਹਿਣ ਤੋਂ ਬਾਅਦ ਜਵਾਨੀ ਸਾਰੀ ਪੰਜਾਬ ਦੀ ਧਰਤੀ ਤੇ ਗਾਲੀ, ਉੱਥੇ ਸ਼ੂਟਿੰਗਸ ਕੀਤੀਆਂ, ਵਿੱਚ ਉਸ ਗੈਪ ਤੋਂ ਬਾਅਦ ਮੈਂ ਅੱਜ ਉਸ ਪੰਜਾਬ ਨੂੰ ਦੇਖ ਰਿਹਾ ਸੀ ਜਿੱਥੇ ਮੇਰਾ ਪੰਜਾਬ ਮੈਨੂੰ ਲੱਗ ਹੀ ਨਹੀਂ ਰਿਹਾ ਸੀ। ਦਿਸ ਵਾਜ਼ ਨਾਟ ਦੀ ਪੰਜਾਬ ਵੇਅਰ ਆਈ ਲਿਵਡ, ਆਈ ਡਿਡ ਮਾਈ ਸ਼ੂਟਿੰਗ, ਜਿੱਥੇ ਮੈਂ ਆਪਣਾ ਜਵਾਨੀ, ਜਿੱਥੇ ਮੈਂ ਆਪਣਾ ਸਾਰਾ ਗੁਜ਼ਾਰਿਆ, ਪੀਰ ਫਕੀਰ, ਇਹ ਉਹ ਧਰਤੀ ਹੈ ਨਹੀਂ। ਐਨੀਵੇ ਮੈਂ ਉਹ ਇੱਕ ਲਾਨਤ ਜੀ ਪਾ ਕੇ ਚਲੇ ਆਇਆ। ਜਦੋਂ ਰੈਲੀ ਹੋਈ ਉਸ ਤੋਂ ਬਾਅਦ ਜੀ 1 2 3 10 ਐਵਰੀਬਡੀ ਵਾਜ਼ ਰਿੰਗਿੰਗ ਮੀ ਅਪ। ਅਜੇ ਆ ਜਥੇਬੰਦੀਆਂ ਦੀ ਕੋਈ ਗੱਲ ਨਹੀਂ ਸੀ, ਇਹਦਾ ਬਾਅਦ ਚ ਆਏ ਨੇ। ਔਰ ਉਸ ਤੋਂ ਬਾਅਦ ਜੀ ਅਗਲੀ ਰੈਲੀ ਹੋਈ ਕਣਕਵਾਲ, ਅਗਲੀ ਰੈਲੀ ਕਦੇ ਮੋਗੇ, ਕਦੇ ਫਿਰੋਜ਼ਪੁਰ, ਕਦੇ ਕਿਤੇ। ਪਰ ਵੈਨ ਆਈ, ਔਰ ਮੈਂ ਇਹੀ ਗੱਲ ਕਹਿੰਦਾ ਰਿਹਾ, ਮੈਂ ਕਿਹਾ ਕਿੱਥੇ ਜਵਾਨੀ ਮਰ ਗਈ, ਤੁਸੀਂ ਉਹ ਮਰ ਜਾਓ, ਮੈਂ ਕਿਹਾ ਡੁੱਬ ਜਾਓ ਤੁਹਾਡੇ, ਮੈਂ ਕਿਹਾ ਵੱਡ ਵਡੇਰਿਆਂ ਦੀਆਂ ਪੱਗਾਂ ਰੁਲ ਰਹੀਆਂ, ਗੁਰੂ ਘਰ ਦੀ ਧਰਤੀ, ਗੁਰੂਆਂ ਦੀ ਬਣਾਈ ਹੋਈ ਧਰਤੀ। ਮੈਂ ਕਿਹਾ ਧਰਤੀ ਮਾਂ ਪੁਕਾਰ ਪੁਕਾਰ ਕੇ ਕਹਿ ਰਿਹਾ ਮੇਰੇ ਵਾਰਸੋ, ਮੇਰੀ ਚੁੰਨੀ ਲਾ ਕੇ ਲੈ ਜਾਣਗੇ ਲੋਕ। ਓਏ ਮੈਂ ਬਜ਼ੁਰਗ ਮੈਂ ਕਿਹਾ ਰੋ ਰਹੇ ਮੇਰੇ, ਨਾ ਮੈਂ ਰੋਣ ਲੱਗ ਗਿਆ। When I was speaking in this kind of a tone, ਮੈਨੂੰ ਇੰਨਾ ਦਿਮਾਗ ਦੇ ਵਿੱਚ, I was crying on the stage. ਸਡਨਲੀ ਤੁਸੀਂ ਯਕੀਨ ਨਹੀਂ ਕਰਨਾ ਬੇਟਾ, ਪਤਾ ਨਹੀਂ ਰੱਬ ਜਾਣਦਾ ਕਿੱਥੋਂ ਬੰਦੇ ਆਏ ਕਿੱਥੋਂ ਨਹੀਂ। 70,000 ਬੰਦਾ ਠਾਠਾ ਮਾਰਦਾ, ਆਡਾ ਦਾੜਾ, ਲੋਕੀ ਜਵਾਨ ਮੁੰਡੇ 6 ਫੁੱਟ 6.5 ਫੁੱਟ ਦੇ ਬੈਠੇ, ਸਨਾਟਾ। ਔਰ ਉਹ 4 ਘੰਟੇ ਤਾਂ ਮੈਨੂੰ ਲੱਗ ਗਏ ਅੰਦਰ ਜਾਣ ਨੂੰ, ਤੇ 4 ਘੰਟੇ ਉਸ ਫੰਕਸ਼ਨ ਤੋਂ ਬਾਅਦ ਲੱਗ ਗਏ। ਕਣਕਵਾਲ ਦੀ ਗੱਲ ਹੈ, ਬਠਿੰਡੇ ਦੀ। ਔਰ ਉਸ ਤੋਂ ਬਾਅਦ ਉਹ ਜਵਾਨ ਮੁੰਡੇ ਮੇਰੇ ਨਾਲ ਇਨ ਟੱਚ ਹੋਣ ਲੱਗ ਗਏ। ਮੈਂ ਫ਼ੋਨ ਨੰਬਰਸ ਦੇਤੇ, ਉੱਥੇ ਉਹ ਕਈ ਰੋਏ ਬਹੁਤ, ਕਈਆਂ ਨੇ ਕਸਮਾਂ ਖਾਧੀਆਂ, ਕਈਆਂ ਨੇ ਪਾਸਪੋਰਟ ਪਾੜਤੇ ਕਿ ਅਸੀਂ ਨਹੀਂ ਜਾਣਾ। ਉਹ ਮੈਂ ਕਿਹਾ ਇੱਥੇ ਕੋਈ ਗੱਲ ਨਹੀਂ, ਮਰ ਲਾਂਗੇ, ਗੱਡੇ ਚਲਾ ਲਾਂਗੇ, ਰੂੜੀ ਕੁੱਟ ਲਾਂਗੇ, ਸੜਕਾਂ ਬਣਾ ਲਾਂਗੇ। ਮੈਂ ਕਿਹਾ ਆਪਾਂ ਇੱਥੇ ਰਹਿਣਾ ਪੰਜਾਬ। ਸੋ ਮਚ ਵਾਜ਼ ਦੀ ਇਮੋਸ਼ਨਸ, ਇੰਨਾ ਇਮੋਸ਼ਨਲ ਸੀ ਮੇਰੇ ਵਾਸਤੇ ਕਿ ਮੇਰੇ ਵੱਡ ਵਡੇਰਿਆਂ ਦੀ ਪੱਗ ਖੋ ਕੇ ਲੈ ਕੇ ਜਾ ਰਹੇ। ਸਾਡੀ ਸਰਕਾਰ, ਸਾਡੇ ਲੋਕ ਜਿਨ੍ਹਾਂ ਪਿੱਛੇ ਅਸੀਂ ਮਰੇ, ਜਿਨ੍ਹਾਂ ਪਿੱਛੇ ਅਸੀਂ ਕੁਰਬਾਨੀਆਂ ਦਿੱਤੀਆਂ, ਉਸ ਅੱਜ ਸਾਡੀਆਂ ਮਾਵਾਂ ਧੀਆਂ ਨੂੰ, ਭੈਣਾਂ ਨੂੰ, ਸਾਡੀਆਂ ਜਾਇਦਾਦਾਂ, ਸਾਡੀਆਂ ਜ਼ਮੀਨਾਂ ਲਿਜਾ ਰਹੇ ਨੇ। ਔਰ ਉੱਤੋਂ ਕੀ ਕਹਿ ਰਹੇ ਨੇ? ਅੰਨਦਾਤਾ। ਇਹ ਅੰਨਦਾਤਾ ਨੂੰ ਅੱਜ ਮਾਰਨਾ ਹੈ, ਜਿਹੋ ਜਿਹਾ ਰੱਬ ਮਾਰਦਾ ਹੋ ਜਿਹਾ ਅੰਨਦਾਤਾ ਮਾਰਦਾ। ਦਿਸ ਇਜ਼ ਹਾਊ ਇਟ ਆਲ ਸਟਾਰਟਡ। ਔਰ 4 ਮਹੀਨੇ ਕੋਈ ਗਲੀ ਪੰਜਾਬ ਦੀ ਮੈਂ ਨਹੀਂ ਛੱਡੀ ਜਿੱਥੇ ਅਸੀਂ ਬੈਠ ਕੇ ਇਹ ਜਿਹੜੀਆਂ ਰੈਲੀਜ਼ ਨਹੀਂ ਕੀਤੀਆਂ। ਬਾਬਾ ਜੀ ਕੋਲ ਜਾਂਦਾ ਸੀ, ਬਾਬਾ ਕਹਿੰਦਾ ਸ਼ਾਬਾਸ਼ ਅੱਜ ਜਿਉਂਦਾ ਵਸਦਾ ਰਿਹਾ, ਪਰ ਯਾਦ ਰੱਖੀ ਇਸੇ ਸੱਚ ਤੇ ਤੁਰੀ, ਇਸੇ ਦ੍ਰਿੜਤਾ ਨਾਲ ਗੱਲ ਕਰੀ, ਇਸੇ ਆਵਾਜ਼ 'ਚ ਗੱਲ ਕਰੀ। ਤੇਰੇ ਨਾਲ ਸ਼ਹੀਦ ਬੋਲਣਗੇ, ਬਾਬਾ ਜੀ ਬੋਲਣਗੇ, ਨਿਰੰਕਾਰ ਬੋਲੇਗਾ ਤੇਰੇ ਵਿੱਚੋਂ। ਪਰ ਵਿਕੀ ਨਾ, ਪੁੱਠੇ ਰਾਹ ਤੇ ਨਾ ਚੱਲ ਪਈ। ਜੇ ਸੱਚਾ ਰਾਹ ਛੱਡਤਾ ਤੇ ਤਾਕਤ ਖਤਮ ਹੋ ਜਾਣੀ ਹੈ। ਹੁਣ ਮੈਂ ਥੋੜਾ ਗੱਲ ਕਰਾਂ ਨਾ, ਆਈ ਫੀਲ ਦੈਟ ਐਨਰਜੀ ਇਨ ਮਾਈ ਸੈਲਫ। ਮਤਲਬ ਮੈਨੂੰ ਐਂ ਲੱਗਦਾ ਜਿਵੇਂ ਜਿਸਮ ਫਟ ਜਾਏਗਾ। ਇਸ ਤਰ੍ਹਾਂ ਹੀ ਮੇਰੇ ਨਾਲ ਹੁੰਦਾ ਸੀ। ਮੈਂ ਘਰੇ ਆ ਕੇ ਬੈਠ ਗਿਆ ਤੇ ਘਰ ਦੇ ਵੀ ਮੈਨੂੰ ਕਹਿਣ ਲੱਗੇ ਵੀ ਆਪਾਂ ਠੀਕ ਲਾਈਨ ਤੇ ਜਾ ਰਹੇ ਹਾਂ। ਮੈਂ ਕਿਹਾ ਤੁਸੀਂ ਵੀ ਛੱਡੇ, ਜੇ ਤੁਸੀਂ ਮੇਰੇ ਰਾਹ 'ਚ ਆਏ ਨਾ, ਮੈਂ ਕਿਹਾ ਮੈਂ ਆਪਣੇ ਪਰਿਵਾਰ ਨੂੰ ਆਖਿਆ, ਮੈਂ ਕਿਹਾ ਮੈਂ ਕਹਿ ਦਿਆਂਗਾ ਤੁਸੀਂ ਮੇਰਾ ਪਰਿਵਾਰ ਨਹੀਂ, ਮੈਂ ਤੁਹਾਡੇ ਘਰ ਦਾ ਕੁਛ ਨਹੀਂ ਲੱਗਦਾ। ਇੱਥੇ ਤੱਕ ਗੱਲ ਚਲੀ ਗਈ। ਹੁਣ ਕਹਿੰਦੇ ਜੋ ਕੁਝ ਤੁਸੀਂ ਬੋਲਦੇ ਹੋ ਰੱਬ ਸੁਣਦਾ ਵੀ ਹੈ, ਦੇਖਦਾ ਵੀ ਹੈ। ਉਸ ਤੋਂ ਬਾਅਦ 26 ਤਰੀਕ ਆ ਗਈ, ਜਦ ਜਾਣਾ ਸੀ ਦਿੱਲੀ।
ਜਵਾਨੀ ਬੜੀ ਜੁੜ ਗਈ। ਤੇ ਉਸ ਤੋਂ ਬਾਅਦ ਮੈਂ ਘਰੇ ਬੈਠਾ ਤੇ ਮੈਂ ਕਿਹਾ ਬਣੂਗਾ ਕੀ? ਮੈਂ ਕਿਹਾ ਬਾਬਾ ਜੀ ਕੀ ਬਣੂਗਾ? ਕਹਿੰਦੇ ਦੇਖਦਾ ਚੱਲ ਕੀ ਬਣਦਾ। ਮੈਂ ਕਿਹਾ ਅੱਛਾ ਜੀ। ਕਹਿੰਦੇ ਹੁਣ ਜੋ ਤੂੰ ਕਰਿਆ ਹੈ ਨਾ ਇਹਦਾ ਦੇਖੀ। ਤਾਂ ਨਾਲ ਸਾਰੇ ਕਲਾਕਾਰ ਵੀ ਜੁੜ ਗਏ, ਨਾਲ ਸਾਰੀ ਇੰਡਸਟਰੀ ਚੱਲ ਪਈ, ਨਾਲ ਸਾਰੇ ਸਿੰਗਰਸ ਆ ਗਏ, ਬੱਬੂ ਮਾਨ ਹੋਣੀ ਸਭ, ਐਵਰੀਬਡੀ। ਮੈਂ ਧੰਨਵਾਦ ਕਰਦਾ ਉਹਨਾਂ ਦਾ। ਔਰ ਉਹ ਐਡਾ ਇੱਕ ਮੁਜੱਸਮਾ ਬਣ ਗਿਆ, ਐਡਾ ਪਾਵਰਫੁਲ ਬਣ ਗਿਆ ਕਿ ਗੁਰਦਾਸਪੁਰੋਂ ਮੁੰਡੇ ਇੰਦਰਪਾਲ ਹੋਣੀ ਸਾਰੇ ਇਹ ਇਕੱਠੇ ਹੋ ਕੇ ਕਿ ਜਿੱਦਣ ਇੱਥੋਂ ਕਾਫਲਾ ਦਿੱਲੀ ਚੱਲਣਾ ਸੀ, ਮੈਨੂੰ ਇਹ ਸੀ ਵੀ ਦੁਨੀਆ ਮਰੂਗੀ ਬੜੀ। ਫਿਰ ਕੀ, ਕੋਈ ਗੱਲ ਨਹੀਂ, ਕਿਉਂਕਿ ਮੈਂ ਜਰਮਨੀ ਦਾ ਹਾਲ ਦੇਖਿਆ, ਜਰਮਨੀ ਦੀ ਬੁੱਕ ਪੜ੍ਹੀ ਹੈ ਸਾਰੀ, ਤੇ ਮੇਰੇ ਕੋਲ ਵੀਡੀਓਜ਼ ਪਈਆਂ ਸਾਰੀਆਂ ਕਿ ਉੱਥੇ ਕਿਸ ਤਰ੍ਹਾਂ 27 ਤੇ ਕਿਵੇਂ ਗੱਲ ਬਣੀ। ਆਈ ਵਾਸ ਕੰਪੇਅਰਿੰਗ ਦਿਸ ਵਿਦ ਜਰਮਨੀ ਕਿ ਹੁਣ ਜਰਮਨੀ ਵਰਗਾ ਹਾਲ ਹੋਣ ਵਾਲਾ ਹੈ ਵੀ ਇੱਥੇ ਬੜੀ ਦੁਨੀਆ ਮਾਰੂਗੀ। ਬਟ ਅਲਟੀਮੇਟਲੀ ਮੁੰਡੇ ਗਏ, ਬੈਰੀਕੇਡ ਚੱਕੇ, ਸਾਰੇ ਕਰਦੇ ਕਰਦੇ ਦੇ ਰੀਚ ਦਿੱਲੀ। ਅਗਲੇ ਦਿਨ ਮੈਂ ਵੀ ਚਲਾ ਗਿਆ। ਫਿਰ ਮੇਰਾ ਕਿਸਾਨਾਂ ਨਾਲ ਪਿਆਰ ਸਤਿਕਾਰ। ਮੈਂ ਗੱਡੀ ਖੜੀ ਕਰਕੇ ਇੱਕ ਸਟੇਜ 'ਤੇ ਸਪੀਚ ਦਿੱਤੀ ਜਿਹੜੀ ਇਹਨੇ ਕੱਟ ਵੱਟ ਕੇ ਬੜੀ ਗਲਤ ਤਰੀਕੇ ਨਾਲ ਚਲਾਈ। ਬਟ ਐਨੀਵੇ, ਹਿਸਟਰੀ ਇਜ਼ ਹਿਸਟਰੀ। ਸੱਚ ਤੇ ਸੱਚ ਹੀ ਹੈ। ਉਸ ਤੁਸੀਂ ਸੱਚ ਸੁਣਨਾ ਬੜਾ ਔਖਾ ਹੈ ਤੇ ਸੱਚ ਬੋਲਣਾ ਹੀ ਬੜਾ ਔਖਾ ਹੈ। ਉਸ ਤੋਂ ਬਾਅਦ ਉਹ ਸਾਰਿਆਂ ਨੂੰ ਮੈਂ ਜੱਫੀ ਪਾ ਕੇ ਜਾਂਦਾ ਸੀ, ਮਿਲਦਾ ਸੀ। ਕਰੋਨਾ, ਮੈਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਭੈਣ ਜੀ ਇਹੋ ਜਿਹੀਆਂ ਗੱਲਾਂ ਸੁਣਾ ਸਕਦਾ, ਤੁਹਾਡੀ ਅੱਖਾਂ 'ਚੋਂ ਅੱਥਰੂ ਨਹੀਂ ਰੁਕਣ ਗਿਆ ਜਿੰਨੇ ਤੁਹਾਡੇ ਕੈਮਰਾਮੈਨ ਵਾਲੇ ਨਾ, ਜੇ ਰੋਣ ਨਾ ਲੱਗ ਜਾਣ। ਮੈਂ ਉਹ ਗੱਲਾਂ ਉੱਥੇ ਦੇਖੀਆਂ ਨੇ, ਮਾਤਾਵਾਂ ਨੂੰ ਦੇਖਿਆ, ਉਹ ਧੀਆਂ ਨੂੰ ਦੇਖਿਆ, ਉਹ ਭਰਾਵਾਂ ਨੂੰ ਤੇ ਉਹਦਾ ਪੁੱਤਾਂ ਨੂੰ ਦੇਖਿਆ ਉੱਥੇ ਮਰਦੇ ਆਪਣੇ ਅੱਖਾਂ ਦੇ ਸਾਹਮਣੇ। ਔਰ ਮੈਂ ਇਹੋ ਜਿਹੀਆਂ ਗੱਲਾਂ ਦੇਖੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ। ਲੇਕਿਨ ਮੈਨੂੰ ਇਹ ਗੱਲ ਦਾ ਅਫਸੋਸ ਜ਼ਿੰਦਗੀ 'ਚ ਰਹਿ ਰਿਹਾ ਸੀ ਕਿ ਸਾਡੇ ਵੱਡ ਵਡੇਰੇ, ਸਾਡਾ ਪ੍ਰਧਾਨ ਮੰਤਰੀ, ਸਾਡੀ ਪਾਰਟੀ, ਹਿੰਦੁਸਤਾਨ ਦੀ ਰੂਲਿੰਗ ਪਾਰਟੀ, ਉਹ ਆਪਣੇ ਬੰਦਿਆਂ ਨਾਲ, ਆਪਣੇ ਬੱਚਿਆਂ ਨਾਲ, ਆਪਣੀਆਂ ਮਾਤਾਵਾਂ ਨਾਲ, ਆਪਣੇ ਬਜ਼ੁਰਗਾਂ ਨਾਲ ਇਹ ਵੀ ਕਰ ਸਕਦੇ। ਅੰਗਰੇਜ਼ ਕਰ ਗਏ ਕੋਈ ਫਿਕਰ ਨਹੀਂ, ਮੁਗਲ ਕਰ ਗਏ ਕੋਈ ਫਿਕਰ ਨਹੀਂ, ਕਿਉਂਕਿ ਉਹ ਸਾਡੇ ਨਹੀਂ ਸੀ। ਅਸੀਂ ਹਿੰਦੁਸਤਾਨ, ਇਸ ਭਾਰਤ ਮਾਤਾ ਦੇ ਰਹਿਣ ਵਾਲੇ ਬਚਿੰਦੇ, ਸਾਰੇ ਧਰਮ ਦੇ ਲੋਕ, ਅਸੀਂ ਆਜ਼ਾਦੀ ਕਰਵਾ ਕੇ ਇਸ ਦੇਸ਼ ਨੂੰ ਆਪਣੇ ਬੁੱਕਲ 'ਚ ਪਾਇਆ। ਔਰ ਸਾਡੀ ਬੁੱਕਲ 'ਚ ਰਹਿਣ ਵਾਲੇ ਸਾਡੇ ਰਹਿਨੁਮਾ ਵੱਡ ਵਡੇਰੇ, ਉਹ ਸਾਡਾ ਇਹ ਹਾਲ ਕਰ ਰਹੇ। ਦਿਸ ਇਜ਼ ਵਾਟ ਦੇ ਵਾਂਟ ਫਰੋਮ ਅਸ। ਉਸ ਚੀਜ਼ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਸੀ। ਉਹ ਫਿਰ ਚੀਜ਼ ਕਰਦੇ 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 ਸਡਨਲੀ ਹੁਕਮ ਆਇਆ, ਨਵਜੋਤ ਸਿੰਘ ਸਿੱਧੂ ਨੂੰ ਕੱਢ ਕੇ ਲਿਆ। ਮੈਂ ਅੰਮ੍ਰਿਤਸਰ ਗਿਆ, ਉਹ ਵੀਡੀਓ ਤੁਸੀਂ ਦੇਖੀ ਹੋਣੀ ਹੈ, ਪੁੱਤ ਨੇ ਪਾਤੀ। ਮੇਰਾ ਉਹਦੇ ਨਾਲ ਬੜਾ ਪਿਆਰ ਹੈ ਬਚਪਨ ਤੋਂ, ਛੋਟਾ ਸੀ, ਕ੍ਰਿਕਟ ਖੇਲੀ ਉਹਨੇ, ਵਿਆਹ ਉਹਦਾ ਮੈਂ ਆਪਣੇ ਹੱਥੀਂ ਕੀਤਾ ਇਹਦੇ ਫਾਦਰ ਬਣ ਕੇ। ਮੇਰਾ ਬਹੁਤ ਅਟੂਟ ਪਿਆਰ ਹੈ, ਔਰ ਜਦ ਤੱਕ ਮੇਰਾ ਸਾਹ ਹੈ ਉਹਦੇ ਨਾਲ ਹੀ ਮਰਨਾ, ਉਹਦੇ ਨਾਲ ਹੀ ਜੀਣਾ। ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਮਾਂ ਜ਼ਿਆਦਾ ਨਹੀਂ ਬਚਿਆ, ਖਬਰਾਂ ਨੇ ਕਿ ਯੋਗਰਾਜ ਸਿੰਘ ਜੀ ਸਿਆਸਤ ਦੇ ਵਿੱਚ ਪੈਰ ਧਰਨ ਜਾ ਰਹੇ ਨੇ। ਕੀ ਅਜਿਹਾ ਸੱਚ ਹੈ? ਤੁਸੀਂ ਪੈਰ ਰੱਖਣ ਜਾ ਰਹੇ ਹੋ, ਚੋਣਾਂ ਲੜਨ ਜਾ ਰਹੇ ਹੋ? ਮੇਰਾ ਬੇਟਾ ਮੈਨੂੰ ਇੱਥੇ ਮਿਲਣ ਆਇਆ ਸੀ, ਨਵਜੋਤ। ਤੁਹਾਨੂੰ ਪਤਾ, ਇਸੇ ਘਰ ਜਿੱਥੇ ਤੁਸੀਂ ਬੈਠੇ ਹੋ, ਉਹ ਮੇਰਾ ਗੁਰੂ ਘਰ ਅੰਦਰ ਬਾਬਾ ਜੀ ਦੀ ਜੋਤ ਜਲਦੀ ਹੈ, ਉੱਥੇ ਨੇ ਮੱਥਾ ਟੇਕਿਆ ਤੇ ਅਸੀਂ ਦੋਨੋਂ ਅੰਦਰ ਬੈਠ ਕੇ ਕਮਰੇ 'ਚ ਯੋਗ ਪਾ, ਉਹਨੂੰ ਯੋਗ ਪਾਏਗਾ, ਜੱਫੀ ਪਾਈ ਸੀ, ਕੁੰਡੀ ਲਾ ਲਈ, ਬਿਕੋਜ਼ ਦਿਸ ਵਾਜ਼ ਬਿਟਵੀਨ ਮੀ ਐਂਡ ਹਿਮ ਐਂਡ ਦ ਗੋਡ ਦੀ। ਕਿੱਥੇ ਆ ਗਿਆ, ਪ੍ਰਧਾਨ ਵੀ ਬਣ ਗਏ, ਉਹ ਜਾਂਦਾ ਸਿਆਸਤ, ਉਹ ਜਾਂਦੇ ਨੇ ਫਲਾਣੇ, ਐਂਡ ਹੀ ਇਜ਼ ਦ ਵਨ ਹੂਜ਼ ਫਾਈਟਿੰਗ। ਜੇ ਗਲਤ ਗੱਲ ਹੈ ਤਾਂ ਉਹ ਪਾਰਟੀ ਦੀ ਗੱਲ ਵੀ ਗਲਤ ਕਰਦਾ। ਮੈਨੂੰ ਕਹਿੰਦਾ ਇਲੈਕਸ਼ਨ ਲੜਨੀ ਤੁਸੀਂ। ਮੈਂ ਨਹੀਂ ਇਸ ਗੱਲ 'ਚ ਪੈਣਾ, ਡਰਟੀ ਵਰਕ ਆਫ ਦਿਸ ਕੰਟਰੀ ਦੇ ਵਿੱਚ ਨਹੀਂ ਪੈਣਾ। ਮੈਂ ਇਲੈਕਸ਼ਨ ਨਹੀਂ ਲੜਨੀ, ਤੂੰ ਲੜ, ਤੂੰ ਪ੍ਰਧਾਨ ਹੈ, ਮੈਂ ਪ੍ਰਧਾਨ ਹੀ ਹਾਂ, ਤੂੰ CM ਹੈ, ਮੈਂ CM ਹੀ ਹਾਂ। ਆਪਾਂ ਕੁਰਸੀ ਥੋੜ੍ਹਾ ਕੁਛ ਲੈਣਾ, ਪੰਜਾਬ ਵਾਸਤੇ ਕਰ। ਮੈਨੂੰ ਕਹਿੰਦਾ ਜੇ ਪੰਜਾਬ ਵਾਸਤੇ ਕਰਨਾ ਫਿਰ ਮੈਨੂੰ ਆਪਣੇ ਪਿਓ ਦੀ ਲੋੜ ਹੈ। ਤੁਸੀਂ ਬਗੈਰ ਸੱਤਾ ਤੋਂ, ਬਗੈਰ ਤਾਕਤ ਤੋਂ ਕੀ ਕਰਾਂਗੇ ਆਪਾਂ? ਮੈਨੂੰ ਇੱਕ ਸੀਟ ਚਾਹੀਦੀ ਹੈ, ਇੱਕ ਬੰਦਾ ਚਾਹੀਦਾ। ਜੇ ਰੈਗੂਲੇਸ਼ਨ ਦੀ ਤੁਸੀਂ ਗੱਲ ਕੀਤੀ, ਇੰਨੀ ਇਹ ਗੱਲਾਂ ਕਰਕੇ ਹੁਣ ਤੁਸੀਂ ਕਹਿੰਦੇ ਫੁੱਡ 'ਚ ਲੁਕਣਾ ਚਾਹੁੰਦੇ ਹੋ। ਮੈਂ ਕਿਹਾ ਮੈਂ ਲੁਕਣਾ ਨਹੀਂ ਚਾਹੁੰਦਾ, ਮੈਂ ਨਹੀਂ ਚਾਹੁੰਦਾ ਤੇਰਾ ਕੋਈ ਪਾਰਟੀ ਦਾ ਬੰਦਾ ਨਾਰਾਜ਼ ਹੋ ਜਾਏ ਵੀ ਇਹਨੂੰ ਲਿਆਂਦਾ। ਮੈਂ ਲੁਕਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਸਿਆਸਤ ਕਦੇ ਕੀਤੀ ਨਹੀਂ, ਮੈਨੂੰ ਪੋਲੀਟਿਕਸ ਦੀ ABC ਨਹੀਂ ਆਉਂਦੀ। ਮੈਂ ਤਾਂ ਧੰਨਾ ਜੱਟ ਹਾਂ, ਮੈਂ ਤਾਂ ਜੋ ਬੋਲਣਾ ਨਾ ਉਹ ਬੋਲੀ ਤੁਰੀ ਜਾਣਾ, ਕਿਸੇ ਨੂੰ ਪਸੰਦ ਆਵੇ ਨਾ ਆਵੇ। ਤੇ ਤੂੰ ਮੁੜ ਕੇ ਮੈਨੂੰ ਕਹਿਣ ਲੱਗ ਜਾਣਾ ਤੇ ਤੇਰੇ ਪਾਰਟੀ ਦੇ ਬੰਦੇ ਨੇ ਕਹਿਣਾ ਜਿਹੜਾ ਕਿੱਥੋਂ ਲੈ ਆਂਦਾ ਹੈ, ਇਹ ਤੋਂ ਡਰ ਲੱਗਦਾ ਹੈ। ਇਹ ਹੁਣ ਵੀ ਖੜ ਜਾਂਦੇ ਮੇਰੇ ਸਾਹਮਣੇ, ਕੰਬਣ ਲੱਗ ਜਾਂਦੇ ਆ। ਤੇ ਮੈਂ ਕਿਹਾ ਵੀ ਮੈਂ ਇਸ ਜੋਗਾ ਹੀ ਹੈ ਨਹੀਂ, ਮੈਂ ਇਲੈਕਸ਼ਨ ਕਾਹਦੀ ਲੜਾਂ। ਤੇ ਮੈਨੂੰ ਤੂੰ ਮਾਫ ਕਰ। ਤੇ ਕੋਈ ਹੋਰ ਕਹਿੰਦਾ ਨਾ,
ਅੱਜ ਦੁਨੀਆ ਤੁਹਾਨੂੰ ਪਿਆਰ ਕਰਦੀ ਹੈ, ਦੁਨੀਆ ਤੁਹਾਡੇ ਵੱਲ ਦੇਖਦੀ ਹੈ। ਪੰਜਾਬ ਦੇ ਲੋਕ ਜੋ ਕਹਿੰਦੇ ਨੇ ਸਾਨੂੰ ਯੋਗਰਾਜ ਸਿੰਘ ਚਾਹੀਦਾ, ਮੈਂ ਫਿਰ ਲੋਕਾਂ ਨੂੰ ਪੁੱਛਣਾ ਸ਼ੁਰੂ ਕਰਤਾ। ਉਹ ਕਹਿੰਦੇ ਜੀ ਤੁਸੀਂ, ਅਸੀਂ ਹੱਥ ਜੋੜਦੇ NRIs ਬਾਹਰੋਂ ਸਾਰੇ, ਤੁਸੀਂ ਇਹਦੇ ਵਿੱਚ ਆਓ। ਮੈਂ ਕਿਹਾ ਮੈਨੂੰ ਪੋਲੀਟਿਕਸ ਦੀ ABC ਨਹੀਂ ਆਉਂਦੀ। ਸਵੇਰੇ ਝੂਠ, ਦੁਪਹਿਰੇ ਝੂਠ, ਸ਼ਾਮ ਨੂੰ ਝੂਠ, ਜਨਾਨੀ ਨਾਲ ਝੂਠ, ਬੱਚਿਆਂ ਨਾਲ ਝੂਠ, ਪਰਿਵਾਰ ਨਾਲ ਝੂਠ, ਝੂਠੋ ਝੂਠ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰਾਮ ਦੀ ਕਮਾਈ, ਲੋਕਾਂ ਨੂੰ ਤੰਗ, ਗਰੀਬਾਂ ਨੂੰ ਤੰਗ। ਮੈਂ ਕਿਹਾ ਇੰਨੇ ਪਾਪ ਕਮਾ ਕੇ ਮੈਂ ਮੁੜ ਕੇ ਜਾ ਕੇ 84 ਲੱਖ ਜੂਨ 'ਚ ਨਹੀਂ ਪੈਣਾ। ਹੀ ਸੇਜ਼ ਫਿਰ ਮੈਂ ਵੀ ਛੱਡ ਦਿਆਂ। ਮੈਂ ਕਿਹਾ ਹੁਣ ਛੱਡ ਕਿਵੇਂ ਦੇ, ਜਾਣਾ ਕਿੱਥੇ ਆ? ਕਹਿੰਦਾ ਫਿਰ ਜੇ ਮੈਂ ਕਿੱਥੇ ਨਹੀਂ ਜਾਣਾ, ਫਿਰ ਤੁਸੀਂ ਕਿੱਥੇ ਜਾਣਾ? ਮੈਂ ਕਿਹਾ ਓਕੇ, ਮੈਂ ਤੇਰੇ ਨਾਲ ਤੁਰੂੰਗਾ, ਤੇਰੇ ਨਾਲ ਮਰੂੰਗਾ, ਮੈਨੂੰ ਗੁਰੂ ਘਰ ਦਾ ਹੁਕਮ ਹੈ, ਤੂੰ ਜੋ ਕਹੇਗਾ ਮੈਂ ਕਰੂੰਗਾ। ਪਰ ਕੱਲ੍ਹ ਨੂੰ ਮੈਨੂੰ ਇਹ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਵੀ ਜੀ ਤੁਹਾਡੇ ਕੋਲ ਤੁਸੀਂ ਯੋਗਪਾ ਮਤਲਬ ਆਹ ਕੀ ਕਹਿਤਾ ਤੇ ਉਹ ਕੀ ਕਹਿਤਾ। ਮੈਂ ਕਿਹਾ ਇਹ ਮੈਨੂੰ ਨਹੀਂ ਪਤਾ, ਮੈਨੂੰ ਤੂੰ ਸਿਖਾ ਦੇ, ਮੇਰਾ ਗੁਰੂ ਬਣ ਜੇ। ਬੜਿਆਂ ਦਾ ਦਰੋਣਾਚਾਰਿਆ, ਬਾਦਲ ਸਾਹਿਬ ਨੂੰ ਲੋਕ ਦਰੋਣਾਚਾਰਿਆ ਕਹਿੰਦੇ, ਉਹਨਾਂ ਦਾ ਇੱਕ ਚੇਲਾ ਹੈਗਾ ਕੰਗ। ਮੈਨੂੰ ਪੁੱਛਦਾ ਹੁੰਦਾ, ਮੈਂ ਕਿਹਾ ਕਿਉਂ, ਕੀ ਹੋਇਆ ਤੇਰੇ ਨਾਲ ਪੁੱਤ, ਕਿੱਥੇ ਬੈਠਾ ਹੈ? ਮੇਰਾ ਬਚਪਨ ਦਾ ਯਾਰ, ਤੇ ਮੈਂ ਤੇਰਾ ਦਰੋਣਾਚਾਰਿਆ ਤੇਰਾ ਗੁਰੂ ਸੀ ਨਾ। ਤੇ ਮੈਂ ਕਿਹਾ ਉਸ ਅਰਜੁਨ ਦਾ ਹਾਲ ਦੇਖ ਕੀ ਹੈ। ਤੇ ਇਹ ਸਾਡੀਆਂ ਗੱਲਾਂ ਚੱਲਦੀਆਂ ਚੱਲਦੀਆਂ ਗੱਲ ਟਿਕਟ ਤੇ ਆ ਗਈ। ਮੈਂ ਕਿਹਾ ਵੀ ਤੂੰ ਹਾਈ ਕਮਾਂਡ ਨੂੰ ਪੁੱਛ ਲਾ, ਹਾਈ ਕਮਾਂਡ ਨੂੰ ਪੁੱਛ ਕੇ ਫਿਰ ਦੱਸ, ਤਾਂ ਕਿ ਕੋਈ ਤੁਹਾਡਾ ਬੰਦਾ ਨਾਰਾਜ਼ ਨਾ ਹੋਵੇ। ਉਹ ਤਾਂ ਕੀ ਦੇਖਣਾ ਸੀ ਜੀ, ਇੱਥੇ ਤਾਂ ਲੋਕ ਸਾਰੇ ਪਾਰਟੀ ਛੱਡਣ ਲੱਗ ਗਏ। ਮੈਂ ਕਿਹਾ ਲੈ ਬਈ, ਇਹਨਾਂ ਨੂੰ ਹੁਣ ਐਂ ਲੱਗਦਾ ਹੈ ਵੀ ਜਹਾਜ਼ ਡੁੱਬਣ ਵਾਲਾ ਹੈ ਤੇ ਸਭ ਤੋਂ ਪਹਿਲਾਂ ਚੂਹੇ ਭੱਜਦੇ ਆ। ਮੇਰੀ ਗੱਲ ਹੋਈ ਆ, ਮੈਂ ਠੋਕ ਕੇ ਗੱਲ ਕਹਿਣਾ, ਇਹਨਾਂ ਨੂੰ ਲੱਗਦਾ ਹੈ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਇਸ ਜਹਾਜ਼ ਉੱਤੇ ਥਾਪੜਾ ਨਿਰੰਕਾਰ ਦਾ ਹੈ, ਗੁਰੂ ਘਰ ਦਾ, ਸ਼ਹੀਦਾਂ ਦਾ ਹੈ। ਯਕੀਨ ਨਹੀਂ ਨਾ, ਕਿਉਂਕਿ ਚੋਰਾਂ ਨੂੰ, ਠੱਗਾਂ ਨੂੰ, ਜਿਨ੍ਹਾਂ ਨੂੰ ਲੋਕਾਂ ਨੂੰ ਲੁੱਟਣਾ ਹੈ, ਲੋਕਾਂ ਨੂੰ ਮਾਰਨਾ ਹੈ, ਲੋਕਾਂ ਨੂੰ ਬੱਤਰ ਜ਼ਿੰਦਗੀ ਜੀਣ 'ਤੇ ਮਜਬੂਰ ਕਰਨਾ, ਉਹ ਲੋਕਾਂ ਨੂੰ ਇਨਸਾਨ ਨਾਲ ਪਿਆਰ ਥੋੜ੍ਹਾ ਹੋ ਸਕਦਾ ਹੈ। ਪਿਆਰ ਤੇ ਉਹ ਲੋਕਾਂ ਨੂੰ ਹੁੰਦਾ ਜਿਹੜੇ ਰੱਬ ਨੂੰ ਮੰਨਦੇ, ਜਿਹੜੇ ਕਹਿੰਦੇ ਮੈਂ ਰੋਟੀ ਬਾਅਦ 'ਚ ਖਾ ਲੂੰਗਾ, ਧੀਏ ਪਹਿਲਾਂ ਤੂੰ ਖਾ ਲੈ। ਉਹਦੇ ਕੋਲ ਕੱਪੜਾ ਹੈ ਨਹੀਂ, ਇਹਨੂੰ ਕੱਪੜਾ ਰੱਬ ਦੇ ਦੇ, ਕੋਈ ਨਹੀਂ ਮੈਂ ਕੱਪੜਾ ਬਾਅਦ 'ਚ ਲੈ ਲੂੰਗਾ, ਘਰ ਇਹਦਾ ਪਹਿਲਾਂ ਬਣਾ ਦੇ। ਉਹ ਬੰਦੇ ਹੁੰਦੇ ਨੇ, ਇਹਨਾਂ ਨੇ ਮੈਂ ਕੀ ਕਰਨਾ। ਸੋ ਮੈਂ ਬੜਾ ਹੱਸਿਆ। ਮੈਂ ਕਿਹਾ ਲੈ ਬਈ, ਮੈਂ ਕਿਹਾ ਆਪਾਂ ਨੂੰ ਤਾਂ ਕੰਮ ਕਰਨਾ ਹੀ ਨਹੀਂ ਪਿਆ ਵੀ, ਤਾਂ ਹਾਈ ਕਮਾਂਡ ਵੀ ਈਜ਼ੀ ਹੋ ਗਿਆ, ਕਾਂਗਰਸ ਵਾਸਤੇ ਵੀ ਈਜ਼ੀ ਹੋ ਗਿਆ ਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਆ 40-45 ਬੰਦੇ ਜਿਨ੍ਹਾਂ ਦੇ ਨਾਂ ਲਈਆਂ ਨੇ, ਮੈਂ ਕਿਹਾ ਆਪੇ ਹੀ ਚਲੇ ਗਏ। ਕਿਉਂ ਚਲੇ ਗਏ? ਕਿਉਂਕਿ ਈਡੀ ਨੇ ਬਾਹ ਮਰੋੜੀ ਆ, ਮਾੜੇ ਕੰਮ ਕੀਤੇ ਨੇ, ਰਿਸ਼ਵਤਾਂ ਖਾਧੀਆਂ, ਲੁੱਟਿਆ ਪੰਜਾਬ ਨੂੰ। ਤੇ ਉਹ ਫਿਰ ਉਹਨਾਂ ਨੂੰ ਪਤਾ ਹੈ, ਜਿਹੜੇ ਉੱਥੇ ਬੈਠੇ ਨੇ ਬੜੇ ਉਹ ਛਾਤਰ ਬੰਦੇ ਆ, ਉਹਨਾਂ ਨੇ ਬਾਹਾਂ ਸਭ ਦੀਆਂ ਮਰੋੜੀਆਂ ਹੈ ਜੀ। ਰਾਜਾ ਸਾਹਿਬ ਕੀ ਤੇ ਉਹ ਕਿੱਥੇ ਹੁਣ ਜਰਨੈਲ ਜਿਹੜਾ ਕਹਿੰਦਾ ਸੀ ਮੈਂ ਬਦਮਾਸ਼ ਹਾਂ, ਮੈਂ ਗੁੰਡਾ ਪੰਜਾਬ ਦਾ, ਵੇਚ ਕੇ ਚਿੱਟੇ ਦੀ ਗੱਲ ਮੈਂ ਕਿਉਂ ਕਰਦਾ। ਕੱਲ੍ਹ ਨੂੰ ਧੀਏ ਤੇਰੇ ਬੱਚੇ, ਇਹਨਾਂ ਦੇ ਬੱਚੇ, ਆ ਪੰਜਾਬ ਦੇ ਬੱਚੇ, ਜੇ ਕੋਈ ਇੱਕ ਚਿੱਟਾ ਗਵਾਂਢੀ ਦਾ ਖਾਂਦਾ ਹੋਊਗਾ, ਤੁਹਾਡੇ ਬੱਚੇ ਵੀ ਖਾਣ ਲੱਗ ਜਾਣਗੇ, ਜਵਾਨੀ ਸਾਲੀ ਬਰਬਾਦ ਹੋ ਜੂਗੀ। ਉਹ ਹੁਣ ਕਿੱਥੇ ਹੈ? ਜੇ ਮੈਂ ਉਹਦੀ ਜਗ੍ਹਾ ਹੁੰਦਾ ਨਾ, ਮੈਂ ਕਹਿਣਾ ਸੀ ਹਾਂ ਮੈਂ ਗੁਨਾਹ ਕੀਤਾ, ਮੈਂ ਪੈਸੇ ਕਮਾਏ ਆ, ਲੈ ਜੱਟ ਨੂੰ ਹੱਥ ਕੜੀ ਲਾ ਕੇ ਲੈ ਕੇ ਜਾਓ, ਲੇਕਿਨ ਆਇਓ 5000 ਬੰਦਾ CRPF ਫੌਜ ਵੀ ਆਵੇ, ਸਾਲਿਓ ਖੜ ਕੇ ਗੋਲੀ ਮਾਰ ਦਿਓ ਜੇ ਮੈਂ ਗੁਨਾਹਗਾਰ ਹਾਂ। ਪਰ ਜੇ ਮੈਂ ਗੁਨਾਹਗਾਰ ਨਹੀਂ, ਮੈਂ ਤਾਂ ਫਿਰ ਇੱਕ ਨੂੰ ਲੰਬਾ ਪਾਊਂਗਾ। ਤੇ ਜਦ ਬੰਦਾ ਚੋਰ ਹੁੰਦਾ ਨਾ, ਭੱਜ ਜਾਂਦਾ। ਮਜੀਠੀਆ ਭੱਜਦਾ ਨਾ ਤੇ ਜੱਟ ਦਾ ਮੁੰਡਾ ਸੀ, ਖੜ ਕੇ ਹੱਥਕੜੀ ਲਵਾ ਲੈਂਦਾ। ਮੈਂ ਉਹਨੂੰ ਕਹਿੰਦਾ ਸ਼ਾਬਾਸ਼ ਹੈ ਪੁੱਤਰਾ, ਵੈਰੀ ਗੁੱਡ। ਸੋ ਵੈਨ ਯੂ ਰਨ ਅਵੇ, ਦੈਟ ਮੀਨਸ ਯੂ ਆਰ ਗਿਲਟੀ ਆਫ ਸਮਥਿੰਗ। ਸੋ ਉਹ ਸਾਰਾ ਕੁਛ ਆਪੇ ਖਾਲੀ ਹੋਣ ਲੱਗ ਗਿਆ। ਹੁਣ ਤੁਹਾਡੇ ਸਾਹਮਣੇ ਕੋਈ ਬੋਲਦਾ ਹੈ? ਉਹ ਰਾਜਾ ਸਾਹਿਬ ਐਡੇ ਵੱਡੇ, ਜਿਨ੍ਹਾਂ ਦੀ ਮੈਂ ਇੰਨੀ ਤਾਰੀਫ, ਇੰਨਾ ਪਿਆਰ, ਉਹਨਾਂ ਸਤਿਕਾਰ ਜ਼ਿੰਦਗੀ ਜਿੰਦਾ ਕਰਦਾ ਸੀ, ਉਦੋਂ ਰਾਜਪੁਰੇ ਸਪੀਚ ਦੇ ਵਿੱਚ 20 ਬੰਦੇ ਨਹੀਂ ਸੀ ਬੈਠੇ ਉੱਥੇ। ਤੇ ਮੈਂ ਕਿਹਾ ਦੇਖ ਖੁਦਾ ਦੇ ਰੰਗ, ਉਹ ਰਾਜਾ ਦੇ ਰੰਗ ਬਣਾਉਣ ਨੂੰ ਮਿੰਟੋ ਮਿੰਟ ਹੀ ਐਂ ਕਰ ਦਿੰਦਾ। ਸੋ ਜਿੱਥੇ ਤੱਕ ਹੁਣ ਮੇਰਾ ਸਵਾਲ ਹੈ, ਤੁਸੀਂ ਜਿਹੜਾ ਪੁੱਛਿਆ ਸੀ, ਮੈਨੂੰ ਜਿਵੇਂ ਨਵਜੋਤ ਸਿੰਘ ਸਿੱਧੂ ਕਹੂਗਾ ਮੈਂ ਉਵੇਂ ਕਰਨਾ। ਉਹ ਮੈਨੂੰ ਕਹੂਗਾ ਬਾਪੂ ਘਰ ਬਹਿ ਜਾ, ਮੈਂ ਘਰੇ ਬੈਠਾ। ਉਹ ਮੈਨੂੰ ਕਹੂਗਾ ਭਾਈ ਮੈਂ ਤੈਨੂੰ ਇਲੈਕਸ਼ਨ ਲੜਾਉਣੀ ਹੈ, ਮੈਂ ਇਲੈਕਸ਼ਨ ਲੜੂੰਗਾ। ਉਹ ਮੈਨੂੰ ਕਹੂਗਾ ਪਾਰਟੀ ਜੁਆਇਨ ਕਰਨੀ ਹੈ, ਮੈਂ ਪਾਰਟੀ ਜੁਆਇਨ ਕਰੂੰਗਾ। ਕਿਉਂ? ਕਿਉਂਕਿ ਗੁਰੂ ਘਰ ਨੇ ਮੈਨੂੰ ਇਹ ਹੁਕਮ ਦਿੱਤਾ ਹੈ ਕਿ ਰਹਿਣਾ ਨਵਜੋਤ ਸਿੰਘ ਸਿੱਧੂ ਦੇ ਨਾਲ, ਮਰਨਾ ਇਹਦੇ ਨਾਲ ਹੈ ਤੇ ਜੀਣਾ ਇਹਦੇ ਨਾਲ ਹੈ। ਇਹੀ ਮੈਨੂੰ ਗੁਰੂ ਘਰ ਦਾ ਹੁਕਮ ਹੈ, ਔਰ ਮੈਂ ਗੁਰੂ ਘਰ ਦਾ ਹੁਕਮ ਹੀ ਪਕਾਉਣਾ ਹੈ। ਇਹ ਵੀ ਮੈਂ ਪੁੱਛ ਕੇ ਆਇਆ ਸੀ। ਮੈਂ ਕਿਹਾ ਜੀ ਮੈਨੂੰ ਇਲੈਕਸ਼ਨ ਲੜਨ ਨੂੰ ਕਹਿੰਦੇ ਆ, ਤੁਹਾਡਾ ਪੁੱਤ ਛੋਟਾ, ਕੀ ਕਰਾਂ? ਕਹਿੰਦੇ ਜੋ ਕਹਿੰਦਾ ਕਰ। ਸੋ ਇਫ ਇਟ ਕਮਸ ਮਾਈ ਵੇ ਆਈ ਵਿਲ ਐਕਸੈਪਟ ਇਟ। ਜੇ ਮੈਨੂੰ ਇਸ ਜੋਗਾ ਸਮਝਣਗੇ ਜਾਂ ਮੈਨੂੰ ਉਹ ਟਿਕਟ ਦੇਣਗੇ, ਮੈਂ ਇਲੈਕਸ਼ਨ ਜ਼ਰੂਰ ਲੜੂੰਗਾ। ਔਰ ਜੇ ਉਹ ਨਹੀਂ ਮੈਨੂੰ ਟਿਕਟ ਦੇਣਗੇ, ਲੇਕਿਨ ਮੈਨੂੰ ਕੋਈ ਪਾਰਟੀ ਨਹੀਂ ਪਿਆਰੀ,
ਨਾ ਮੈਂ ਕਿਸੇ ਪਾਰਟੀ ਦੀ ਗੱਲ ਕਰਨੀ ਹੈ, ਕਿਉਂਕਿ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ, ਚਲਾਉਣ ਵਾਲੇ ਚੰਗੇ ਮਾੜੇ ਹੁੰਦੇ ਆ। ਮੈਂ ਗੱਲ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਕਿਸਾਨਾਂ ਦੀ। ਹੁਣ ਤੁਸੀਂ ਇੱਕ ਸਵਾਲ ਪੁੱਛਿਆ ਸੀ ਪਿੱਛੇ ਜੀ ਵੀ ਜਥੇਬੰਦੀਆਂ ਆ ਗਈਆਂ ਜੀ ਇਲੈਕਸ਼ਨ ਲੜਨ। ਜਿੱਦਣ ਮੈਂ ਰੈਲੀ ਦੇ ਬਿਆਨ ਦਿੱਤਾ ਸੀ ਔਰ ਕਿਹਾ ਸੀ ਕਿ ਸਭ ਨੂੰ ਉੱਠ ਕੇ ਲੜਾਈ ਲੜਨੀ ਚਾਹੀਦੀ ਹੈ, ਇਕੱਠੇ ਸੱਤਾ ਦੇ ਵਿੱਚ ਆਉਣਾ ਚਾਹੀਦਾ, ਯਾਦ ਹੈ ਤੁਹਾਡੇ ਸਾਰਿਆਂ ਤੇ ਕਿਸੇ ਦੇ ਕਿ ਮੈਂ ਗੱਲ ਕਹੀ ਸੀ? ਤੇ ਮੈਨੂੰ ਰਾਜੇਵਾਲ ਸਾਹਿਬ ਨੇ ਕੀ ਕਿਹਾ? ਬਕਵਾਸ ਮਾਰਦਾ ਹੈ, ਝੂਠ ਬੋਲਦਾ ਹੈ ਜੀ, ਗੰਦ ਪਾਉਂਦਾ ਹੈ। ਵੱਡੇ ਸੀ, ਬਜ਼ੁਰਗ ਸੀ। ਮੈਂ ਕਿਹਾ ਕੋਈ ਨਹੀਂ, ਚਲੋ ਤੁਸੀਂ ਸਾਡੇ ਰਹਿਨੁਮਾ ਹੋ, ਅੱਗੇ ਲੱਗੇ ਹੋ, ਕੋਈ ਗੱਲ ਨਹੀਂ, ਮੈਂ ਸਭ ਨੂੰ ਜਾਣਦਾ। ਲੇਕਿਨ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਕਿਸਾਨ ਜਿਹੜੇ ਆਗੂ ਸੀਗੇ, ਸੋ ਕਾਲਡ ਆਗੂ, ਜਿਹੜੇ ਸਮਝਦੇ ਨੇ ਕਿ ਅੰਦੋਲਨ ਅਸੀਂ ਚਲਾਇਆ, ਅੰਦੋਲਨ ਲੋਕਾਂ ਨੇ ਚਲਾਇਆ, ਅੰਦੋਲਨ ਰੱਬ ਨੇ ਚਲਾਇਆ, ਅੰਦੋਲਨ ਪੰਜਾਬ ਦੀ ਜਵਾਨੀ ਨੇ ਚਲਾਇਆ। ਇਸ ਕਰਕੇ ਟਿਕਟਾਂ ਪੰਜਾਬ ਦੀ ਜਵਾਨੀ ਨੂੰ ਮਿਲਣੀਆਂ ਚਾਹੀਦੀਆਂ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਕਿਸਾਨ ਲੀਡਰ ਲੜ ਰਹੇ ਨੇ, ਲੇਕਿਨ 34 ਸੀਟਾਂ ਦਾ ਕੁਝ ਨਹੀਂ ਬਣਨਾ। ਜੇ ਕਿਸੇ ਦੀ ਗੋਦੀ 'ਚ ਬੈਠੋਗੇ ਤਾਂ ਲੱਖ ਲਾਣਤ ਤਾਂ ਤੁਹਾਡੇ ਤਾਂ ਜਿਉਂਦੇ ਮਰ ਜਿਓ। ਜੇ ਤੁਸੀਂ ਪਾਰਟੀ ਬਣਾਈ ਹੈ ਔਰ ਲੜਨਾ ਸ਼ੁਰੂ ਕੀਤਾ, ਮੈਂ ਤੁਹਾਡੇ ਨਾਲ ਆ। ਜਵਾਨ ਮੁੰਡੇ ਕੱਢ ਕੇ ਲਿਆਓ ਨਵੇਂ, ਜਿਨ੍ਹਾਂ ਨੇ ਤੁਹਾਡੇ ਪਿੱਛੇ ਖੜੇ ਨੇ, ਲਾਠੀਆਂ ਖਾਧੀਆਂ, ਸਿਰ ਪੜਵਾਏ ਨੇ, ਉਹਨਾਂ ਨੂੰ ਲਿਆ ਕੇ ਟਿਕਟਾਂ ਦੇ ਕੇ ਆਪਣੀ ਕਿਸਾਨ ਦੀ ਪਾਰਟੀ ਬਣਾਓ, ਫਿਰ ਜੈ ਜੈਕਾਰ ਹੋਊਗੀ। ਇੱਦਾਂ ਨਹੀਂ ਹੋਣੀ ਕਿ ਪੈਸੇ ਲੈ ਕੇ ਤੇ ਕਦੇ ਆਪ ਨਾ ਰਲਣਾ ਹੈ ਤੇ ਕਦੇ ਬਰਗਾਰੇ ਨਾਲ ਧਮਕੇ ਨਾਲ ਰਲਣਾ, ਇਹ ਨਹੀਂ ਹੋਣਾ। ਬਟ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਲੜ ਰਹੇ ਨੇ ਇਲੈਕਸ਼ਨ, ਔਰ ਇਹ ਵੈਰੀ ਗੁੱਡ। ਮੇਰੀ ਜਿੱਤ ਹੈ ਇਹਦੇ 'ਚ, ਕਿਉਂਕਿ ਜਿਹੜੇ ਮੈਨੂੰ ਕਹਿੰਦੇ ਸੀ ਨਾ ਕਿ ਇਹ ਗੁਨਾਹਗਾਰ ਹੈ, ਸਟੇਜ ਤੇ ਬਕਵਾਸ ਮਾਰਦਾ ਹੈ, ਅੱਜ ਉਹ ਆਪਣੇ ਆਪ ਨੂੰ ਸ਼ਾਇਦ CM ਦੀ ਕੁਰਸੀ ਤੇ ਦੇਖਣਾ ਚਾਹੁੰਦੇ ਨੇ। ਸ਼ਾਇਦ ਰਾਤ ਨੂੰ ਉਹਨਾਂ ਨੂੰ ਨੀਂਦ ਆਉਂਦੀ ਹੈ ਤਾਂ ਸੁਪਨਾ ਲੈਂਦੇ ਨੇ, ਆਹ ਲਾਲ ਬੱਤੀ ਜਾ ਰਹੀ ਹੈ, ਮੈਂ ਸਾਈਨ ਕਰ ਰਿਹਾ, ਜੈ ਜੈਕਾਰ ਹੋ ਰਹੀ ਹੈ। ਲੇਕਿਨ ਐਡਾ ਸੌਖਾ ਨਹੀਂ ਧੀ ਮੇਰੀਏ। ਲੋਕਾਂ ਨੂੰ ਪਤਾ ਲੱਗ ਗਿਆ ਕਿ ਮੰਤਰੀ ਤੋਂ ਕੰਮ ਕਿਵੇਂ ਕਰਾਉਣਾ ਹੈ, ਲੋਕਾਂ ਨੂੰ ਪਤਾ ਲੱਗ ਗਿਆ MLA ਤੋਂ ਕੰਮ ਕਿਵੇਂ ਕਰਾਉਣਾ ਹੈ, ਲੋਕਾਂ ਨੂੰ ਪਤਾ ਲੱਗ ਗਿਆ CM ਨੂੰ ਲਾਉਣਾ ਕਿਵੇਂ ਹੈ। ਇਸ ਕਰਕੇ ਕੋਈ ਮੰਤਰੀ, ਕੋਈ ਬੰਦਾ ਇਹ ਨਾ ਸੋਚੇ ਕਿ ਜੀ ਮੈਂ ਜਿੱਤ ਕੇ ਤੇ ਆਫਿਸ 'ਚ ਬਹਿ ਜਾਊਂਗਾ। ਜੇ ਕੰਮ ਲੋਕਾਂ ਦੇ ਨਾ ਹੋਏ, ਘਰਾ ਹੋਇਆ ਕਰਨਗੇ ਤੁਹਾਡੇ 50-50 ਹਜ਼ਾਰ, ਲੱਖ ਬੰਦਾ, ਔਰ ਮੈਂ ਉਹਨਾਂ ਦੇ ਨਾਲ ਤੁਰਿਆ ਕਰੂੰਗਾ। ਲੇਕਿਨ ਕੰਮ ਹੁਣ ਮੰਤਰੀਆਂ ਨੂੰ ਕਰਨੇ ਪੈਣੇ ਆ। ਹੁਣ ਦੁਨੀਆ ਜਾਗ ਗਈ ਹੈ। ਇਸ ਗੱਲ ਦੀ ਖੁਸ਼ੀ ਹੈ ਇਸ ਅੰਦੋਲਨ ਦੇ ਵਿੱਚ ਕਿ ਪੰਜਾਬ ਜਾਗ ਗਿਆ, ਪੰਜਾਬ ਦੇ ਲੋਕ ਜਾਗ ਗਏ। ਹੁਣ ਉਹ ਮੂਰਖ ਨਹੀਂ ਰਹਿ ਗਏ। ਪਰ ਜੇ ਹੁਣ ਵੀ ਸ਼ਰਾਬਾਂ ਪੀ ਕੇ ਵੋਟਾਂ ਪਾਉਣੀਆਂ, ਜੇ ਹੁਣ ਵੀ ਪੈਸਿਆਂ ਤੇ ਵਿਕਣਾ, ਇਟ ਇਜ਼ ਅ ਵਾਰ ਬਿਟਵੀਨ ਈਵਲ ਐਂਡ ਗੁੱਡ। ਸ਼ੈਤਾਨ ਤੇ ਖੁਦਾ ਦੀ ਲੜਾਈ ਹੈ। ਆਹ ਫੌਜੀ ਨਵਜੋਤ ਸਿੰਘ ਸਿੱਧੂ, ਬਾਕੀ ਮੈਨੂੰ ਪਤਾ ਨਹੀਂ, ਅਸੀਂ ਆਪਣੇ ਖੁਦਾ ਦੇ ਰੱਬ ਦੇ ਉਹਦੇ ਨੁਮਾਇੰਦੇ ਆ। ਜਿਵੇਂ ਗੁਰੂ ਸਾਹਿਬ ਨੇ 40 ਲੜਾਏ ਸੀ ਨਾ, ਸਿੰਘ ਤੇ ਆਪਣੇ ਬੱਚੇ ਲੜਾਏ ਸੀ। ਇਹ ਹੁਣ ਜੰਗ ਹੈ, ਇਹ ਇਲੈਕਸ਼ਨ ਕੋਈ ਨਹੀਂ ਜਾਏਗੀ। ਇਹਦੇ ਵਿੱਚ ਜੇ ਯੋਗਰਾਜ ਸਿੰਘ ਅੱਖਾਂ 'ਚ ਅੜਕਣ ਲੱਗ ਗਿਆ ਤਾਂ ਇਹਨੂੰ ਕਿਵੇਂ ਮਾਰਨਾ ਹੈ, ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਮਾਰਨਾ, ਗੱਲ ਇੱਥੇ ਤੱਕ ਆ ਜਾਣੀ ਹੈ। ਲੇਕਿਨ ਮੈਂ ਗੱਲ ਤੁਹਾਨੂੰ ਠੋਕ ਵਜਾ ਕੇ ਕਹਿ ਦਿੰਦਾ ਕਿ ਜੇ ਗੁਰੂ ਘਰ ਨੇ ਇਹ ਥਾਪੜਾ ਦਿੱਤਾ ਔਰ ਉਹਨੇ ਚਾਹਣਾ, ਉਹਨੇ ਕਿਹਾ, ਤਾਂ ਨਵਜੋਤ ਸਿੰਘ ਸਿੱਧੂ CM ਵੀ ਬਣੂਗਾ, ਇੱਥੇ ਪਾਰਟੀ ਵੀ ਕਾਂਗਰਸ ਦੀ ਬਣੂਗੀ, ਤੇ ਇੱਥੇ ਸੱਤਾ ਵੀ ਆਊਗੀ, ਤੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਸਥਾਪਿਤ ਹੋਊਗਾ। ਫਿਲਹਾਲ ਇੱਥੇ ਵੇਲਾ ਹੋ ਚਲੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਛੇਤੀ ਲੌਟਦੇ ਹਾਂ ਤੇ ਇਸੇ ਤਰ੍ਹਾਂ ਮਜ਼ੇਦਾਰ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨਗੇ ਯੋਗਰਾਜ ਸਿੰਘ ਜੀ। ਰੁਕਦੇ ਹਾਂ ਇੱਕ ਬ੍ਰੇਕ ਦੇ ਲਈ ਤੇ ਛੇਤੀ ਲੌਟਦੇ ਹਾਂ। ਬ੍ਰੇਕ ਤੋਂ ਬਾਅਦ ਸਾਂਝਾ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਤੁਸੀਂ ਵੇਖ ਰਹੇ ਹੋ ਸਾਡੀ ਖਾਸ ਪੇਸ਼ਕਸ਼ ਬਾਈ ਦਾ ਅਖਾੜਾ। ਸਾਡੇ ਨਾਲ ਮੌਜੂਦ ਨੇ ਦੀ ਲੀਜੈਂਡ ਯੋਗਰਾਜ ਸਿੰਘ ਜੀ। ਸੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਸੋ ਮਚ। ਅਸੀਂ ਸਿਆਸਤ ਦੀ ਗੱਲਾਂ ਕਰ ਰਹੇ ਹਾਂ, ਨਵਜੋਤ ਸਿੱਧੂ ਦਾ ਜ਼ਿਕਰ ਹੋ ਰਿਹਾ। ਮੈਂ ਹੁਣੇ ਅੱਜ ਦਾ ਹੀ ਤੁਹਾਨੂੰ ਉਹਨਾਂ ਦੇ ਹੀ ਪਾਰਟੀ ਦੇ ਮੰਤਰੀ ਦਾ ਬਿਆਨ ਤੁਹਾਨੂੰ ਦੱਸ ਦਿੰਦੀ ਹਾਂ। ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਗੱਲਾਂ ਤੇ ਸੰਯਮ ਰੱਖਣਾ ਚਾਹੀਦਾ ਹੈ, ਆਪਣੇ ਸ਼ਬਦਾਂ ਨੂੰ ਕੰਟਰੋਲ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ ਉਹ ਮਜੀਠੀਆ ਦੇ ਖਿਲਾਫ ਡਟ ਕੇ ਹੁਣ ਬੋਲ ਰਹੇ ਨੇ, ਸੋ ਉਹਨਾਂ ਦੀ ਪਾਰਟੀ ਉਹਨਾਂ ਦਾ ਖਿਲਾਫਤ ਹੁਣ ਕਰਨ ਲੱਗ ਪਈ। ਕੌਣ ਭਾਰਤ ਭੂਸ਼ਣ? ਕਿਸ ਮੰਤਰੀ ਦੀ ਗੱਲ ਤੁਸੀਂ ਕਰਦੇ ਹੋ? ਕਿਸ ਬੰਦੇ ਦੀ ਗੱਲ ਕਰਦੇ ਹੋ? ਇਹ ਤਾਂ ਜੰਮੇ ਨਹੀਂ ਸੀ ਉਦੋਂ, ਜਦ ਦਾ ਮੈਂ ਚਿੱਟਾ ਦਾੜਾ ਮੇਰਾ ਕੋਈ ਕਿਤੇ ਧੁੱਪ 'ਚ ਹੋ ਗਿਆ। ਮੇਰੇ ਕੋਲ ਜਿਵੇਂ ਇੱਕ ਬ੍ਰਹਮ ਗਿਆਨੀ ਕੋਲ ਸਭ ਦੀਆਂ ਕੁੰਡਲੀਆਂ ਹੁੰਦੀਆਂ ਨਾ, ਮੇਰੇ ਕੋਲ ਸਾਰਿਆਂ ਦੀਆਂ ਕੁੰਡਲੀਆਂ ਪਈਆਂ। ਮੈਂ ਇੱਕ ਨੂੰ ਜਾਣਦਾ ਕੌਣ ਕੀ ਸੀ ਅੱਜ ਤੋਂ 20 ਸਾਲ ਪਹਿਲਾਂ, ਅੱਜ ਕੀ ਹੈ, ਕਿੱਥੋਂ ਪੈਸਾ ਆਇਆ, ਕਿੱਥੋਂ ਜਾਇਦਾਦ ਆਈ। ਉਹ ਜਰਨੈਲ ਦੀ ਗੱਲ ਕਰੇ ਤਾਂ ਧੀ ਮੇਰੀਏ ਮੈਂ ਸੁਣਾ
ਐਰਾ ਖੈਰਾ ਨੱਥੂ ਖੈਰਾ ਜਰਨੈਲ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੇ ਤਾਂ ਮੈਨੂੰ ਬੜਾ ਦੁੱਖ ਹੁੰਦਾ। ਜੇ ਉਹ ਠੋਕ ਕੇ ਬੋਲ ਰਿਹਾ ਨਾ ਨਵਜੋਤ ਸਿੰਘ ਸਿੱਧੂ, ਤੇ ਫਿਰ ਇਹ ਜਿਹੜੇ ਮੰਤਰੀ ਸੋ ਕਾਲਡ ਮੰਤਰੀ ਇਹ ਵੀ ਜਾਣਗੇ ਜੇ ਬੀਜੇਪੀ 'ਚ ਅਜੇ ਇਹਨਾਂ ਦੀ ਵੀ ਬਾਹਾਂ ਮੁੜਨੀ ਹੈ, ਕੋਈ ਗੱਲ ਨਹੀਂ, ਤੁਹਾਡੇ ਸਾਹਮਣੇ ਆਉਣਾ ਸਾਰਾ ਕੁਝ। ਉਹ ਗੱਲ ਕਰੇ ਕੋਈ ਮੇਰੇ ਵਰਗਾ ਬੰਦਾ ਤਾਂ ਗੱਲ ਜੱਜਦੀ ਹੈ। ਇਹੋ ਜਿਹੇ ਬੰਦੇ ਗੱਲ ਕਰਨ ਮੈਂ ਉਹਨੂੰ ਜਾਣਦਾ ਨਹੀਂ, ਮੈਂ ਸੁਣਦਾ ਨਹੀਂ ਇਹੋ ਜਿਹੇ ਬੰਦੇ ਦੀ ਗੱਲਾਂ, ਕਿਉਂਕਿ ਇਸ ਪੰਜਾਬ ਨੂੰ ਲੁੱਟਣ 'ਚ ਸਾਰਿਆਂ ਦਾ ਬੜਾ ਹੱਥ ਹੈਗਾ ਹੈ। ਪਿਛਲੇ 40-45 ਸਾਲ ਤੋਂ ਇਸ ਧਰਤੀ ਦੇ ਨਾਲ ਜੋ ਹੋਇਆ ਇਹ ਖੁਦਾ ਜਾਣਦਾ, ਗੁਰੂ ਘਰ ਜਾਣਦਾ, ਦੇਵੀ ਦੇਵਤੇ ਜਾਣਦੇ, ਪੀਰ ਪੈਗੰਬਰ ਜਾਣਦੇ, ਤੇ ਤੁਸੀਂ ਸਾਰੇ ਜਾਣਦੇ ਹੋ, ਪ੍ਰੈਸ ਵਾਲੇ ਜਾਣਦੇ ਨੇ, ਮੀਡੀਆ ਵਾਲੇ ਜਾਣਦੇ ਨੇ, ਤੇ ਮੈਂ ਜਾਣਦਾ, ਤੇ ਸਾਰੀ ਕੌਮ ਤੇ ਸਾਰੀ ਦੁਨੀਆ ਜਾਣਦੀ ਹੈ। ਸੋ ਐਸੇ ਬੰਦਿਆਂ ਨੂੰ ਮੈਂ ਇਹ ਕਹੂੰਗਾ ਚੁੱਪਚਾਪ ਕਰਕੇ ਆਪਦੀ ਰੇਤ ਵੇਚੋ, ਖੂਬ ਪੈਸੇ ਕਮਾਓ, ਖੂਬ ਕਰਮ ਕਰੋ, ਖੂਬ ਮਾੜੇ ਕਰਮ ਕਰੋ, ਕਿਉਂਕਿ ਆਉਣ ਵਾਲੀ ਜਿਹੜੀ ਜੂਨ ਹੈ ਨਾ ਉਹ ਰੱਬ ਨੇ ਜਿੱਥੇ ਪਾਉਣਾ ਹੈ ਉਹ ਤੋਂ ਡਰੋ, ਕਿਉਂਕਿ ਤੁਸੀਂ ਰੱਬ ਤੋਂ ਡਰਦੇ ਨਹੀਂ, ਇਸ ਕਰਕੇ ਤੁਸੀਂ ਰੱਬ ਦੇ ਭੇਜੇ ਹੋਏ ਬਛਿੰਦੇ ਬਾਰੇ ਗੱਲ ਕਰਦੇ ਹੋ। ਕਿਉਂਕਿ ਨਵਜੋਤ ਸਿੰਘ ਅੱਜ ਬਹੁਤ ਪੋਪੂਲਰ ਹੋ ਰਿਹਾ ਹੈ, ਕਿਉਂਕਿ ਉਹ ਲੀਡਰ ਬਣ ਕੇ ਉੱਭਰ ਰਿਹਾ, ਇਸ ਕਰਕੇ ਉਹਦੇ ਆਪ ਦੇ ਬੰਦਿਆਂ ਨੂੰ ਹੀ ਤਕਲੀਫ ਹੋ ਰਹੀ ਹੈ। ਮੈਂ ਕੱਲ ਦੇਖ ਰਿਹਾ ਸੀ ਹਿਟਲਰਜ਼ ਇਨਰ ਸਰਕਲ ਹੂ ਕ੍ਰੀਏਟਡ ਦੀ ਮੌਨਸਟਰ ਐਂਡ ਦੀ ਈਵਲ, ਅੰਗਰੇਜ਼ੀ ਹੈ ਸਮਝ ਲਿਓ ਜੀ, ਠੀਕ ਹੈ ਨਾ। ਉਹਨਾਂ ਨੂੰ ਕਹਿ ਰਿਹਾ ਜਿਹੜੇ ਗੱਲਾਂ ਕਰਦੇ ਨਵਜੋਤ ਸਿੰਘ ਸਿੱਧੂ ਬਾਰੇ, ਉਹਨਾਂ ਨੇ ਕਿਹਾ ਜਿਹੜਾ ਤਾਂ ਆਪਣੇ ਵਿਚਾਰ ਦੇ ਅੰਦਰਲੇ ਸਰਕਲ ਦੇ ਮੰਤਰੀ ਸੀ ਨਾ, ਹਰੇਕ ਹੀ ਪਾਵਰ ਲੈਣ ਨੂੰ ਫਿਰਦਾ ਸੀ, ਮੈਂ CM ਬਣ ਜਾ, ਮੈਂ ਹਿਟਲਰ ਬਣ ਜਾ, ਮੈਂ ਫਲਾਨਾ ਬਣ ਜਾ, ਮੈਂ ਬੌਜ਼ਵਿਕ ਬਣ ਜਾ, ਮੈਂ ਹਿਮਲਰ ਬਣ ਜਾ। ਇਹ ਉਹੀ ਗੱਲ ਚੱਲ ਰਹੀ ਹੈ ਹਰ ਜਗ੍ਹਾ, ਹਿੰਦੁਸਤਾਨ 'ਚ ਵੀ ਤੇ ਇੱਥੇ ਵੀ, ਔਰ ਹਰ ਬੰਦਾ ਸੱਤਾ ਦੇ ਵਿੱਚ ਆਉਣਾ ਚਾਹੁੰਦਾ ਹੈ। ਔਰ ਕਿੱਡਾ ਕਿਰਦਾਰ ਹੈ ਕਿ ਪਾਰਟੀ ਦੇ ਵਿੱਚ ਰਹਿ ਕੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਤੁਸੀਂ ਚੱਲਣਾ ਕਿਹਦੇ ਵੱਲ ਹੈ। ਜਿਹੜਾ ਬੰਦਾ ਕਮਾਊ ਪੁੱਤ, ਵੈਰੀ ਗੁੱਡ, ਸ਼ਾਮ ਨੂੰ ਲਿਆ ਕੇ ਮੈਨੂੰ 10 ਲੱਖ ਰੁਪਏ ਜੇਬ 'ਚ ਪਾਉਂਦਾ, ਮੇਰਾ ਕਮਾਊ ਪੁੱਤ ਹੈ। ਤੇ ਜਿਹੜਾ ਵਿਚਾਰਾ ਮੈਨੂੰ ਕਹਿੰਦਾ ਬਾਪੂ ਮੇਰੇ ਕੋਲ ਰੋਟੀ ਹੈ ਨਹੀਂ ਖਾਣ ਨੂੰ, ਮੈਂ ਉਹਨੂੰ ਗਲ ਥੋੜ੍ਹਾ ਲਾਊਂਗਾ, ਤਾਂ ਗਲ ਉਹਨੂੰ ਲਾਊਂਗਾ ਨਾ ਜਿਹੜਾ ਮੇਰਾ ਕਮਾਊ ਪੁੱਤਰ ਹੈ। ਸੋ ਜੇ ਇਹੋ ਜਿਹੇ ਬੰਦੇ ਵੀ ਗੱਲਾਂ ਕਰਦੇ ਨੇ, ਸ਼ਰਮ ਹੋਣੀ ਚਾਹੀਦੀ, ਟਿਕਿਆ ਰਹਿ। ਮੈਂ ਉਹਨੂੰ ਕਹਿੰਦਾ ਟਿਕੇ ਰਹੋ, ਅਜੇ ਤੁਹਾਡਾ ਹਿਸਾਬ ਹੋਣਾ ਸਾਰਿਆਂ ਦਾ। ਅਜੇ ਉਹਨੇ ਚਿੱਠਾ ਖੋਲ੍ਹ ਲਿਆ, ਉਹ ਕਹਿੰਦੇ ਨਾ ਸ਼ਨੀ ਮਹਾਰਾਜ ਨੇ ਚਿੱਠਾ ਦਿੱਤਾ ਖੋਲ 2022, ਅੱਗੇ ਦੇਖੋ ਪੁੱਤਰੋ ਬਣਦਾ ਕੀ ਹੈ। ਤੇ ਰਹੀ ਗੱਲ ਠੋਕਣ ਦੀ, ਕਹਿਣ ਦੀ, ਨਵਜੋਤ ਸਿੰਘ ਸਿੱਧੂ ਕੱਲਾ ਨਹੀਂ ਬੋਲਦਾ, ਨਵਜੋਤ ਸਿੰਘ ਸਿੱਧੂ ਦੇ ਨਾਲ ਉਹਦਾ ਪਿਓ ਵੀ ਬੋਲਦਾ ਹੈ, ਤੇ ਨਵਜੋਤ ਸਿੰਘ ਸਿੱਧੂ ਨਾਲ 33 ਕਰੋੜ ਦੇਵਤੇ ਵੀ ਬੋਲਦੇ ਆ, ਨਵਜੋਤ ਸਿੰਘ ਸਿੱਧੂ ਨਾਲ ਗੁਰੂ ਘਰ ਵੀ ਬੋਲਦਾ ਹੈ, ਤੇ ਨਵਜੋਤ ਸਿੰਘ ਸਿੱਧੂ ਨਾਲ ਸ਼ਹੀਦ ਵੀ ਬੋਲਦੇ ਆ। ਜਾਓ ਜਿੱਥੇ ਮੁਕਾਬਲਾ ਕਰਨਾ ਕਰ ਲਿਓ, ਜਿੱਥੇ ਆਉਣਾ ਆ ਜਾਓ ਜੀ, ਮੇਰਾ ਓਪਨ ਚੈਲੰਜ। ਕਿਸਾਨ ਅੰਦੋਲਨ ਦੀ ਅਸੀਂ ਜ਼ਿਕਰ ਕਰ ਰਹੇ ਹਾਂ, ਉੱਥੋਂ ਸਾਰੀ ਸਿਆਸਤ ਉੱਠੀ ਹੈ, ਉਹਦੇ ਵਿੱਚ ਇੱਕ ਹੋਰ ਗੈਰ ਸਿਆਸੀ ਜਥੇਬੰਦੀ ਦਾ, ਹੁਣ ਬੱਬੂ ਮਾਨ, ਗੁਲਪਨਾਗ ਹੋ ਗਏ, ਕੁਝ ਪੱਤਰਕਾਰ ਹੋ ਗਏ, ਇਹਨਾਂ ਨੇ ਐਲਾਨ ਕੀਤਾ। ਦੀਪ ਸਿੱਧੂ ਆਉਂਦੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਨੇ, ਉਹ ਕਹਿੰਦੇ ਨੇ ਬੱਬੂ ਮਾਨ ਦਾ ਸਿਰਫ ਇਹ ਪੋਲੀਟੀਕਲ ਸਟੰਟ ਹੈ, ਉਹ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ। ਫਿਰ ਉਹ ਕਿਸਾਨਾਂ ਦੇ ਖਿਲਾਫ ਵੀ ਬੋਲਦੇ ਨੇ। ਕਿਸ ਤਰੀਕੇ ਦੇ ਨਾਲ ਦੇਖਦੇ ਹੋ ਉਹਨਾਂ ਦੀ ਗੈਰ ਸਿਆਸੀ ਜਥੇਬੰਦੀ ਨੂੰ ਵੀ, ਔਰ ਦੀਪ ਸਿੱਧੂ ਦਾ ਇਸ ਤਰੀਕੇ ਦਾ ਇਲਜ਼ਾਮ? ਮੈਂ ਤੁਹਾਨੂੰ ਬਹੁਤ ਸਾਰਾ ਵੱਡਾ ਇੱਕ ਵਿਸਤਾਰ 'ਚ ਜਵਾਬ ਦੇਣ ਲੱਗਿਆ। ਤਿੱਬਤ ਤੋਂ ਸ਼ੁਰੂ ਹੋਇਆ ਪੰਜਾਬ, ਕਸ਼ਮੀਰ ਤੱਕ, ਕਸ਼ਮੀਰ ਤੋਂ ਹੋਇਆ ਕੰਧਾਰ ਤੱਕ, ਕੰਧਾਰ ਤੋਂ ਲੈ ਕੇ ਦਿੱਲੀ ਤੱਕ, ਪ੍ਰਤਾਪ ਸਿੰਘ ਕਹਿਰਾਂ ਦੇ ਟਾਈਮ ਤੱਕ, ਠੀਕ ਹੈ ਜੀ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਸਾਰੇ ਪੰਜਾਬੀਆਂ ਨੂੰ, ਸਾਰੇ ਵੱਡ ਵਡੇਰਿਆਂ ਨੂੰ, ਮਾਤਾਵਾਂ ਨੂੰ, ਧੀਆਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੱਡਿਆਂ ਨੂੰ, ਵੱਡ ਵਡੇਰਿਆਂ ਨੂੰ, ਪੰਜਾਬ ਇੰਨਾ ਛੋਟਾ ਕਿਉਂ ਹੋ ਗਿਆ? ਇਹ ਨਿੱਕਾ ਜਿਹਾ ਕਿਉਂ ਰਹਿ ਗਿਆ? ਕਿਉਂਕਿ ਆਪਾਂ ਆਪਸ ਦੇ ਵਿੱਚ ਈਰਖਾਬਾਜ਼ੀ ਕਰਦੇ ਰਹੇ ਹਾਂ, ਆਪਸ ਇੱਕ ਦੂਜੇ ਨੂੰ ਥੱਲੇ ਲਾਉਂਦੇ ਰਹੇ ਹਾਂ, ਇੱਕ ਦੂਜੇ ਨੂੰ, ਮਤਲਬ ਇਹ ਜੇ ਪੰਜਾਬੀ ਅੱਜ ਇਸ ਥਾਂ ਤੇ ਖੜੇ ਨੇ ਕਿ ਜਿੱਥੇ ਇੱਕ ਦੂਜੇ ਨੂੰ ਦੇਖ ਨਹੀਂ ਸਕਦੇ, ਉਹਦੇ ਘਰ ਕਿਉਂ ਬਣਾ ਲਿਆ, ਉਹਨੇ ਆਪਣਾ ਗੱਡੀ ਕਿਉਂ ਲੈ ਲਈ, ਅੱਜ ਬੱਬੂ ਮਾਨ ਕਿਉਂ ਫਲਾਣਾ, ਜਿਹੜਾ ਬੰਦਾ ਉੱਠਦਾ ਉਹਨੂੰ ਤਕਲੀਫ ਹੁੰਦੀ ਹੈ। ਲੇਕਿਨ ਇਹ ਲੋਕ, ਕਦੇ ਤੁਸੀਂ ਦੇਖੋ, ਕਦੇ ਬੀਜੇਪੀ ਵਾਲਿਆਂ ਨੇ ਜ਼ਿੰਦਗੀ ਦੇ ਵਿੱਚ ਆਪਦੇ ਬੰਦੇ ਨੂੰ ਨਿੰਦਿਆ ਨਹੀਂ? ਨਿੰਦਿਆ, ਇਕੱਠੇ ਨੇ। ਜਿਹੜਾ ਬੰਦਾ ਇਕੱਠਾ ਹੈ, ਇਸੇ ਕਰਕੇ ਇੱਥੇ ਤੱਕ ਆ ਗਿਆ ਨਾ, ਐਵੇਂ ਤਾਂ ਨਹੀਂ ਆ ਗਿਆ। ਉਹਨਾਂ ਨੇ ਆਪਣੀ ਰਿਆਸਤ ਬਣਾਈ, ਹਿੰਦੁਸਤਾਨ ਦੇ ਵਿੱਚ ਆਪਣੀ ਪਾਰਟੀ ਲਿਆਂਦੀ, ਐਵੇਂ ਨਹੀਂ ਆ ਗਏ, ਉਹ ਬੜੇ ਦੇਰ ਦੇ ਲੱਗੇ ਹੋਏ ਆ, ਲੇਕਿਨ ਉਹ ਇਕੱਠੇ ਨੇ, ਅੱਜ ਵੀ ਆਪਣੇ ਬੰਦਿਆਂ ਦੀ ਗੱਲ ਕਰਦੇ ਨੇ। ਅਸੀਂ ਪੰਜਾਬੀ ਲੋਕ ਇੱਕ ਦੂਜੇ ਨਾਲ ਜਿਹੜੀ ਈਰਖਾਬਾਜ਼ੀ ਕਰਦੇ ਆ, ਇੱਕ ਦੂਜੇ ਨਾਲ ਜਿਹੜੇ ਆ ਕਮੈਂਟ ਪਾਸ ਕਰਦੇ, ਹੁਣ ਤਾਂ ਟਾਈਮ ਆਇਆ ਸੀ ਇਕੱਠੇ ਚੱਲਣ ਦਾ, ਲੇਕਿਨ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਅਸੀਂ ਹੁਣ ਵੀ ਨਹੀਂ ਹਟਦੇ, ਹੁਣ ਵੀ ਇੱਕ ਦੂਜੇ ਨੂੰ ਇਲਜ਼ਾਮ ਦਿੰਦੇ ਹੋ ਵੀ ਤਾਂ ਕਿਸੇ ਤੋਂ ਕੀ ਲੈਣਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਜਿੱਦਾਂ ਮੈਂ ਕਹਿੰਦਾ ਆਓ ਇੱਕ ਬੁੱਕਲ 'ਚ ਇਕੱਠੇ ਹੋ ਕੇ ਆਓ ਚੱਲੀਏ, ਇੱਕ ਬੁੱਕਲ 'ਚ ਹੋ ਕੇ ਤੁਰੀਏ, ਇੱਕ ਬੁੱਕਲ 'ਚ ਰਹਿ ਕੇ ਆਪਾਂ ਆਪਣਾ ਇੱਕ ਸਮਾਜ ਬਣਾਈਏ। ਜਿੱਦਣ ਪੰਜਾਬੀਆਂ ਨੂੰ ਇਹ ਅਕਲ ਆ ਜੂਗੀ ਨਾ
ਕਿ ਮੈਂ ਦੂਜੇ ਦਾ ਭਲਾ ਕਰਨਾ ਹੈ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ, ਗੁਰੂ ਮਹਾਰਾਜ ਇੰਨਾ ਕੁਝ ਤੁਸੀਂ ਪੰਜਾਬੀਆਂ ਨੂੰ ਦੇ ਗਏ, ਇਹਨਾਂ ਨੂੰ ਮਾੜੀ ਮੋਟੀ ਇਕੱਠੇ ਰਹਿਣ ਦੀ ਵੀ ਅਕਲ ਦੇ ਜਾਣੀ ਸੀ। ਦੱਸਿਆ ਤਾਂ ਉਹਨੇ ਬਹੁਤ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਪਰ ਸਾਡੇ ਸੁਣਦੇ ਨਹੀਂ। ਤੇ ਜਿੱਦਣ ਪੰਜਾਬੀ ਇਕੱਠੇ ਰਹਿਣ ਲੱਗ ਜਾਣਗੇ ਉਦਣ ਇਹ ਰਾਜ ਕਰ ਲੈਣਗੇ, ਤੇ ਜਿੱਦਣ ਇਹ ਇੱਦਾਂ ਹੀ ਇੱਕ ਦੂਜੇ ਨਾਲ ਕਰਦੇ ਰਹੇ ਤੇ ਇਹਨਾਂ ਦਾ ਉਹੀ ਹਾਲ ਹੋਣਾ ਜੋ ਅੱਜ ਹੋ ਰਿਹਾ ਹੈ। ਲੇਕਿਨ ਜਿੰਨਾ ਮਰਜ਼ੀ ਕੋਈ ਬੋਲੀ ਜਾਵੇ, ਮੈਨੂੰ ਇਹ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਇੰਨੀ ਕੁ ਦੁਨੀਆ, ਇੰਨੀ ਕੁ ਜਵਾਨੀ, ਇੰਨੇ ਕੁ NRI ਲੱਗੇ ਹੋਏ ਨੇ। ਉਹ ਰੱਬ ਨੇ ਕੰਮ ਕਰਨਾ, ਬੰਦੇ ਨੇ ਨਹੀਂ ਕਰਨਾ। ਲੇਕਿਨ ਇਹਨਾਂ ਲੋਕਾਂ ਨੂੰ ਥੋੜੀ ਸ਼ਰਮ ਚਾਹੀਦੀ ਹੈ। ਆ ਜਿਹੜੇ ਸਾਡੇ ਹੁਣ ਇੱਕ ਦੂਜੇ ਨੂੰ ਕਿੰਤੂ ਪਰੰਤੂ ਕਰਨ ਲੱਗੇ, ਮੈਂ ਹਮੇਸ਼ਾ ਕਿਹਾ, ਮੈਂ ਕਿਹਾ ਬੇਟਾ ਇਕੱਠੇ ਹੋ ਜਾਓ। ਇਹਨਾਂ ਨੂੰ ਇਕੱਠੇ ਹੋਣ ਨਹੀਂ ਦਿੰਦੇ। ਜਿਹੜਾ ਬੰਦਾ ਪੈਸੇ ਦੇ, ਜਾਇਦਾਦ ਤੇ, ਔਰਤਾਂ ਦੇ, ਯਾਸ਼ੀ ਤੇ, ਨਸ਼ਿਆਂ ਤੇ ਵਿਕੇ ਨਾ, ਭੈਣ ਮੇਰੀ, ਇਹ ਧੀ ਮੇਰੀ, ਉਹ ਕਹਿੰਦਾ ਕਿਰਦਾਰ ਕੋਈ ਨਹੀਂ ਹੁੰਦਾ। ਕਿਰਦਾਰ ਉਸ ਬੰਦੇ ਦਾ ਹੁੰਦਾ ਜਿਹੜਾ ਕਹਿੰਦਾ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ। ਉਹ ਕਿਰਦਾਰ ਵਾਲੇ ਬੰਦੇ ਹਰੀ ਸਿੰਘ ਨਲੂਏ ਵਰਗੇ, ਅਕਾਲੀ ਫੂਲਾ ਸਿੰਘ ਵਰਗੇ, ਉਹ ਹੈਗੇ ਆ। ਮੈਂ ਆਪਣੇ ਨੂੰ ਉਸ ਕਿਰਦਾਰ 'ਚ ਗਿਣਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਉਸ ਕਿਰਦਾਰ 'ਚ ਗਿਣਦਾ, ਕੋਈ ਗੱਲ ਨਹੀਂ। ਲੇਕਿਨ ਮੈਂ ਇੰਨਾ ਜ਼ਰੂਰ ਕਹੂੰਗਾ, ਸ਼ਰਮ ਕਰੋ ਥੋੜੀ। ਇੰਨਾ ਅੰਦੋਲਨ ਚੱਲਣ ਤੋਂ ਬਾਅਦ, ਇੰਨੀਆਂ ਮੌਤਾਂ ਹੋਣ ਤੋਂ ਬਾਅਦ, ਇੰਨੀਆਂ ਤਕਲੀਫਾਂ ਹੋਣ ਤੋਂ ਬਾਅਦ, ਇੰਨੀ ਜਿੱਦੋ-ਜਹਿਦ ਕਰਨ ਤੋਂ ਬਾਅਦ ਅੱਜ ਤੁਸੀਂ ਆਪਦੇ ਇੱਕ ਦੂਜੇ ਨੂੰ ਮੈਂ ਕਿਹਾ ਕੋਸਣ ਲੱਗੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਡੁੱਬ ਕੇ ਮਰ ਜਾਣਾ ਚਾਹੀਦਾ। ਦੇ ਸ਼ੁੱਡ ਬੀ ਅਸ਼ੇਮਡ ਆਫ ਦੈਮਸੈਲਫ ਕਿ ਤੁਸੀਂ ਇੱਕ ਦੂਜੇ ਨੂੰ ਅਕਿਊਜ਼ ਕਰਦੇ ਹੋ। ਮੈਂ ਤਾਂ ਨਹੀਂ ਕਿਹਾ ਕਿਸੇ ਨੂੰ, ਮੈਂ ਤਾਂ ਹਮੇਸ਼ਾ ਕਹਿਣਾ, ਆਓ ਇਕੱਠੇ ਹੋ ਕੇ ਚੱਲੀਏ, ਆਓ ਬੇਟਾ ਇਕੱਠੇ ਹੋ ਕੇ ਚੱਲੀਏ, ਆਹ ਧੀਏ ਚੱਲੀਏ। ਬਿੱਟੀ ਨੇ ਇਲੈਕਸ਼ਨ ਲੜਨੀ ਸਾਹਮਣੇ ਵਾਲ ਤੋਂ, ਇਹ ਆਈ ਇੱਥੇ, ਮੇਰੀ ਵਾਈਫ ਨੂੰ ਮਿਲੀ, ਮੇਰੀ ਵਾਈਫ ਨੇ ਮੈਨੂੰ ਸੁਨੇਹਾ ਦਿੱਤਾ ਕਿ ਜੀ ਇੱਦਾਂ ਕਰਕੇ। ਮੈਂ ਕਿਹਾ ਧੀਏ ਕੰਮ ਕਰ, ਕੰਮ ਕਰਕੇ ਦਿਖਾ, ਸੀਟ ਜਿੱਤ, ਆਪਣੀ ਪਾਰਟੀ ਲਈ ਕੰਮ ਕਰ। ਐਗਜ਼ਾਮਪਲ ਦੇ ਰਿਹਾ, ਤੂੰ ਮੇਰੀ ਬੇਟੀ ਵੀ ਹੈ, ਮੇਰੀ ਧੀ ਵੀ ਹੈ, ਮੇਰੀ ਭੈਣ ਵੀ ਹੈ। ਮੇਰੇ ਲਈ ਦੱਸ ਕੀ ਹੁਕਮ ਹੈ? ਜਦੋਂ ਤੂੰ ਕਹੇਂਗੀ ਮੈਂ ਤੇਰੀ ਰੈਲੀ 'ਤੇ ਆਊਂਗਾ, ਮੈਨੂੰ ਕੋਈ ਸੱਦੇ, ਮੈਂ ਜਾਵਾਂ। ਮੈਂ ਤਾਂ ਸਾਰੇ ਪਾਰਟੀਆਂ ਨੂੰ ਕਹਿਣਾ ਵੀ ਇਕੱਠੇ ਹੋ ਕੇ ਪੰਜਾਬ ਦਾ ਸਵਾਰ ਨਹੀਂ ਸਕਦੇ। ਰੌਲਾ ਤੁਹਾਡਾ ਆਪਣਾ ਨਹੀਂ ਹੈ, ਰੌਲਾ ਇਸ ਵਕਤ ਪੰਜਾਬ ਦੀ ਧਰਤੀ ਦਾ, ਪੰਜਾਬ ਨੂੰ ਉਭਾਰਨ ਦਾ। ਜੇ ਆਪਾਂ ਇਕੱਠੇ ਧੀਏ ਨਹੀਂ ਚੱਲਾਂਗੇ ਬੇਟਾ ਜੀ, ਤਾਂ ਫਿਰ ਮੈਨੂੰ ਦੱਸੋ ਵੀ ਆਪਾਂ ਪੰਜਾਬ ਦਾ ਕਰਾਂਗੇ ਕਿਵੇਂ? ਲੀਡਰ ਦਾ ਇੱਕ ਹੀ ਹੋਣਾ ਨਾ, ਤੇ ਤੁਸੀਂ ਉਸ ਲੀਡਰ ਨੂੰ, ਜਿਸ ਬੰਦੇ ਨੇ ਇੰਨਾ ਕੁਝ 6 ਮਹੀਨੇ 'ਚ ਕ੍ਰੀਏਟ ਕਰਤਾ, ਉਹਦੇ ਪਿੱਛੇ ਚੱਲੋ। ਅੱਜ ਵੀ ਉਹੀ ਕੁਛ ਹੀ ਹੋ ਰਿਹਾ, ਅੱਜ ਵੀ ਰੇਤਾ ਵਿਕ ਰਿਹਾ, ਅੱਜ ਵੀ ਉਹ ਮਾਫੀਆ ਚੱਲ ਰਿਹਾ, ਅੱਜ ਵੀ ਸਭ ਕੁਝ ਉੱਦਾਂ ਹੀ ਚੱਲ ਰਿਹਾ। ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਰੋਜ਼ ਸੁਣਦੇ ਹੋ, ਮੈਂ ਉਹਨੂੰ ਇੱਕ ਇੱਕ ਲਫ਼ਜ਼ ਸੁਣਦਾ, ਹਰ ਗੱਲ 'ਚ ਕਿੰਨੀ ਸੱਚਾਈ ਹੈ ਉਹਦੀ, ਕਿੰਨਾ ਸੱਚ ਬੋਲਦਾ। ਦੱਸੋ ਕਿਹੜੀ ਚੀਜ਼ ਬੰਦ ਹੋ ਗਈ? ਔਰ ਉਹ ਆਦਮੀ ਜਿਹਨੇ ਅਸਤੀਫਾ ਮਾਰਿਆ ਚਲਾ ਕੇ, ਕਿਉਂ? ਕਿਉਂਕਿ ਉਹ ਕਹਿੰਦਾ ਸੀ ਮੇਰੀ ਪਾਰਟੀ ਵਾਲੇ ਬੰਦੇ ਜਿਹੜੇ ਹੈਗੇ ਨੇ ਉਹ ਗਲਤ ਕਰ ਰਹੇ ਨੇ। ਜਿਹੜਾ ਬੰਦਾ ਆਪਣੇ ਘਰ ਨੂੰ ਪਹਿਲਾਂ ਕੋਸੇ ਨਾ, ਉਹ ਬੰਦਾ ਹੁੰਦਾ ਹੈ। ਤੇ ਮੈਨੂੰ ਦੱਸੋ, ਇਹ DGP ਕਿਹਨੇ ਬਦਲਾਇਆ? ਇਹ ADG ਕਿਹਨੇ ਬਦਲਾਇਆ? ਜਦ ਬਦਲਿਆ ਤੇ ਪਰਚਾ ਹੋਇਆ, FIR ਤਾਂ ਪਹਿਲਾਂ ਵੀ ਹੋਈਆਂ ਸੀ, ਪਰ ਇਹ ਇਨਸਾਫ ਨਹੀਂ। ਇਨਸਾਫ ਰੱਬ ਨੇ ਲੈਣਾ, ਜਿੱਦਾਂ ਮਰਜ਼ੀ ਲਵੇ। ਸੋ ਜਦ ਤੱਕ ਤੁਸੀਂ ਅਫਸਰ, ਮੇਰਾ ਤਾਂ ਜੀ SSP ਚਲਾ ਗਿਆ ਜੀ, ਮੇਰਾ ਤਾਂ ਜੀ DSP, MLA ਨੂੰ ਆਹੀ ਲੱਗਿਆ ਰਹਿੰਦਾ। ਉਹ ਕੀ MLA ਦੀ ਔਕਾਤ ਹੈ? ਮੈਂ ਦੇਖੇ ਨੇ ਬਾਹਰ ਖੜੇ IAS ਅਫਸਰਾਂ ਦੇ ਘਰੇ, ਹੈ ਜੀ, ਔਰ ਉਹਨੂੰ ਬਾਹਰ ਖੜੇ ਰੱਖਦੇ ਨੇ, ਅੰਦਰ ਦਫ਼ਤਰ 'ਚ ਵੜਨ ਦੇ। ਆਹ ਤਾਂ MLA ਨੇ ਆਪਣੀ ਔਕਾਤ ਬਣਾ ਲਈ ਹੈ ਜ਼ਿੰਦਗੀ ਦੇ ਵਿੱਚ। ਸੋ ਤੁਹਾਨੂੰ ਉਹ ਰਾਜ ਸਥਾਪਿਤ ਕਰਨਾ ਪੈਣਾ, ਉਹ ਰਾਜ ਲਿਆਉਣਾ ਪੈਣਾ ਜਿਹੜਾ ਲੋਕਾਂ ਦਾ ਰਾਜ ਹੋਵੇ, ਲੋਕਾਂ ਦੀ ਗੱਲ ਹੋਵੇ। ਵੈਨ ਵੀ ਟਾਕ ਅਬਾਊਟ ਡੈਮੋਕ੍ਰੇਸੀ, ਵੀ ਟਾਕ ਅਬਾਊਟ ਪੀਪਲ, for the people, it's theirs. You are answerable to the public. ਤੁਸੀਂ ਲੋਕਾਂ ਨੂੰ ਰਾਜ ਦਿੱਤਾ ਕਦ ਹੈ? ਦੱਸੋ ਮੈਨੂੰ, ਦਿਓ ਉਹਨਾਂ ਨੂੰ। ਹੁਣ ਰਾਜ ਲੋਕਾਂ ਨੇ ਆਪੇ ਲੈ ਜਾਣਾ। ਜੇ ਬੱਬੂ ਮਾਨ ਹੋਣੀ ਜਾਂ ਅਮਿਤੋਜ ਮਾਨ ਹੋਣੀ ਜਾਂ ਹੋਰ ਜਿੰਨੇ ਵੀ ਬੰਦੇ ਨੇ, ਜਾਂ ਜਿੰਨੇ ਵੀ ਹੈ, ਇਕੱਠੇ ਇੱਕ ਮੰਚ ਤੇ ਆ ਕੇ ਜਿੱਦਾਂ ਆਪਾਂ ਪਹਿਲਾਂ ਚੱਲੇ ਸੀ ਅੰਦੋਲਨ 'ਚ, ਹੁਣ ਨਹੀਂ ਚੱਲ ਸਕਦੇ, ਕਿਉਂਕਿ ਆਪਾਂ ਨੂੰ ਤੋੜਦੇ ਨੇ। ਕੌਣ ਤੋੜਦੇ ਨੇ? ਉਹ ਮੈਂ ਵੀ ਜਾਣਦਾ, ਤੁਸੀਂ ਵੀ ਜਾਣਦੇ। ਬਿਲਕੁਲ ਸਮਾਂ ਹੁਣ ਬਦਲ ਗਿਆ ਹੈ। ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਜਾਵੇ, ਇਸ ਕਿਸਾਨ ਅੰਦੋਲਨ ਨੇ ਜਿਹੜੇ ਨੌਜਵਾਨ ਲੁਕੇ ਹੋਏ ਘਰਾਂ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਆਵਾਜ਼ ਦਿੱਤੀ ਹੈ ਕਿ ਲੋਕਤੰਤਰ ਦੇ ਵਿੱਚ ਆਪਣੀ ਹੱਕਾਂ ਦੀ ਰਾਖੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ, ਆਪਣੇ ਹੱਕਾਂ ਦੇ ਲਈ ਹੁੰਗਾਰਾ ਕਿਸ ਤਰੀਕੇ ਦੇ ਨਾਲ ਮਾਰਿਆ ਜਾ ਸਕਦਾ। ਸੋ ਅੱਜ ਕੀਨ ਆਬਜ਼ਰਵਰ ਵੀ ਹੋ ਗਈ ਹੈ, ਵੋਟਰ ਵੀ ਤੇ ਜਨਤਾ ਵੀ। ਲੇਕਿਨ ਸਮਾਂ ਹੈ, ਉਸ ਸਮਾਂ ਰਹਿੰਦੇ ਸਵਾਲ ਵੀ ਕਰਨਾ ਪੈਣਾ, ਸਵਾਲ ਦਾ ਜਵਾਬ ਵੀ ਲੈਣਾ ਪੈਣਾ, ਤੇ ਉਸੇ ਸਵਾਲ ਦੇ ਜਵਾਬ ਦੇ ਰਾਹੀਂ ਅਗਲੇ 5 ਸਾਲਾਂ ਦੇ ਲਈ ਆਪਣੀ ਸੱਤਾ ਤੇ ਕਿਸ ਨੂੰ ਬਿਠਾਉਣਾ, ਇਹ ਵੀ ਚੁਣਨਾ ਪੈਣਾ। ਸੋ ਅੱਜ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਮੌਜੂਦ ਸਨ ਯੋਗਰਾਜ ਸਿੰਘ ਸਰ। ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਵਸਦੇ ਰਹੋ ਸਾਰੇ। ਸੋ ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਨਹੀਂ, ਦੇਸ਼ ਵਿਦੇਸ਼ ਦੀ तमाम ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਾਂਝਾ TV ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।
ਸਬਸਕ੍ਰਾਈਬ ਆवर ਚੈਨਲ ਐਂਡ ਪ੍ਰੈਸ ਦ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।